गुरु नानक पद पंकज बंदन पंकज बंदन सिमरो अंगद दुख निकंदन गुरु अमर दास हृदय नित त्याऊं हृदय नित त्याऊं श्री गुरु रामदास गुण गुरु अर्जन विघ्नन के नाशक विघ्नन के नाशक श्री हरि गोविंद सुमत प्रकाशक श्री हरि राय नमो कर जोरी नमो कर जोरी श्री हरि कृष्ण मनाऊं गुरु तेग बहादुर परम कृपाला परम कृपाला श्री गुरु गोविंद सिंह बिसाला तरो तरा पर पुन पुन सीसा पुन पुन सीसा बंदो बार बार जगीसा एक ओंकार सतगुरु प्रसाद सच होए वाहिगुरु जी की फतेह है नासन सोए वाहिगुरु जी की फतेह है नासन सोए दोहरा कालू ता सब बिद करी जो बेदी कुल रीत नर नारी कीरत करत पुर में परम पुनीत वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां पिछले दिनी विचारां सरवण कर रहे सी धन धन श्री गुरु नानक देव महाराज जी का प्रकाश कदों किवें कित्थे दुनिया के किन्ना हालातां वेले होया। पिछले दिनी सतगुरां दा जन्म होया 10 महीनों बाद। जन्म होने तो बाद अमृत वेले 12 बजे तो बाद और 1-1:30 तो पहला ये समा सी सतगुरां दे जन्म लैण दा। और फिर पंडित नूं सद्दिया गया डेट ऑफ बर्थ जन्म पत्री आदि लिखण वास्ते पंडित हरदयाल आया। और पंडित हरदयाल सतगुरां दे ਸਰੂਪ ਨੂੰ देख के ਮਹਿਤਾ ਕਾਲੂ जी ਦੇ इस ਸਪੁੱਤਰ ਨੂੰ देख करके कुछ हैरान ਹੁੰਦਾ है भी ऐसा ਜਿਹੜਾ ਬੱਚਾ है ऐसे समय ਵਿੱਚ ਜਿਹੜਾ पैदा ਹੁੰਦਾ है ਉਹ कोई अवतारी पुरुष ਜਾਂ ਚੱਕਰਵਰਤੀ ਰਾਜਾ ਹੁੰਦਾ है। ਹੋਵੇ ਨਾ ਤਾਂ ਇਹ ਬੱਚਾ ਜਿਹੜਾ ਇਹ ਵੀ कोई महान रूह है ਤਾਂ ਉਸਨੇ डेट ऑफ बर्थ लिख ਦਿੱਤੀ ਆ। ਮਹਿਤਾ ਕਾਲੂ जी कहन लगे इस बच्चे का नाम भी रख दिओ पंडित जी। तो कहन लगे नाम ਇਹਦਾ हजे सोच के रखांगे। जिस तरह मैं इसके शरीर के अंगां के लक्षण देख रहा हाँ ये कोई अवतारी पुरुष है ਜਾਂ ਚੱਕਰਵਰਤੀ राजा है। जिमें साडा ग्रंथ है उस ग्रंथ के मुताबक ਜਿਹੜੇ ਇਹਦੇ शरीर के लक्षण हैं वो मैनू ये दसदे हैं कि ये कोई महान रूह है। पंडितां दा कोई ग्रंथ है समुद्रक चलो खैर ये वो ख्याल है पंडित दे। परमेश्वर का अंत तो कोई पा नहीं सकता। कहन लग्या इहदा नाम आपां ठहर के रखांगे। तुसीं ना हुण जिहड़ी तुहाडी कुल दी रीत है खत्रियां दी आए गए दी सेवा करो जल पानी छकाओ मठियाइयां वंडो खुशियां वंडो कोई दर ते मंगता आउंदा खाली नहीं भेजना। मेहता कालू एक वड्डा परिवार है गुरु प्यारिओ।
ਮੌਕੇ ਦੇ ਚੌਧਰੀ ਰਾਏ ਬਲਾਰ ਦਾ ਇਹ ਪਟਵਾਰੀ ਵੀ ਹੈ। ਇਸ ਕਰਕੇ ਇਹਨਾਂ ਨੇ ਸਾਰਾ ਕੁਝ ਕੀਤਾ। ਪੰਡਤ ਘਰ ਨੂੰ ਚਲਿਆ ਗਿਆ। ਦੁਬਾਰੇ ਆ ਕੇ ਫਿਰ ਪੰਡਤ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮਕਰਨ ਕਰਦਾ ਹੈ। ਕੀ ਕਹਿੰਦਾ ਆ ਕੇ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਾਲੂ ਤਬ ਸਭ ਬਿਦ ਕਰੀ ਜੋ ਬੇਦੀ ਕੁਲ ਰੀਤ। ਤਾਂ ਜੋ ਬੇਦੀ ਕੁਲਾ ਰੀਤ ਸੀ, ਭਾਵ ਬੇਦੀ ਜੋ ਆਪਣੇ ਰੀਤ ਰਿਵਾਜ ਹੁੰਦੇ ਆ ਜਿਹੜੇ ਪੁਰਾਣੇ ਬਜ਼ੁਰਗਾਂ ਤੋਂ ਚੱਲਦੇ ਆ ਰਹੇ ਨੇ। ਤੇ ਆਪਾਂ ਸਾਰੇ ਰੀਤੀ ਰਿਵਾਜ ਕਰਦੇ ਹਾਂ ਲਗਭਗ ਜੈਸੇ ਜੈਸੇ ਵੀ ਚੱਲਦੇ ਆ। ਗੁਰਸਿੱਖ ਜਿਹੜੇ ਆ ਗੁਰਮਤ ਅਨੁਸਾਰ ਜਿਵੇਂ ਗੁਰੂ ਨੇ ਦੱਸਿਆ ਅਸੀਂ ਉਵੇਂ ਕਰਦੇ ਹਾਂ। ਹਿੰਦੂ ਮਤ ਵਾਲੇ ਆਪਦੀ ਮਤ ਮੁਤਾਬਕ ਕਰਦੇ ਆ। ਮੁਸਲਮਾਨ ਵੀਰ ਆਪਦੇ ਹਿਸਾਬ ਨਾਲ ਕਰਦੇ ਆ। ਉਸ ਵੇਲੇ ਹਿੰਦੂ ਮਤ ਅਤੇ ਮੁਸਲਮਾਨ ਦੋ ਮਤਾਂ ਹੀ ਚੱਲ ਰਹੀਆਂ। ਅਤੇ ਮਹਿਤਾ ਕਾਲੂ ਜੀ ਹਿੰਦੂ ਮਤ ਵਿੱਚ ਪ੍ਰਵੇਸ਼ ਹੈ। ਇਸ ਕਰਕੇ ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਉਹਨਾਂ ਨੇ ਘਰ ਵਿੱਚ ਨੱਚਣ ਵਾਲੇ ਆ ਗਏ। ਪਿੱਛੇ ਆਪਾਂ ਸਰਵਣ ਕੀਤਾ। ਮੰਗਣ ਵਾਲੇ ਮਰਾਸੀ ਆ ਗਏ। ਖੁਸਰੇ ਆ ਕੇ ਨੱਚਣ ਲੱਗੇ। ਔਰ ਆਂਢ ਗੁਆਂਢ ਦੀਆਂ ਬੀਬੀਆਂ ਵੀ ਦਿਨ ਚੜ੍ਹੇ ਵਧਾਈਆਂ ਲੈ ਕੇ ਆ ਗਈਆਂ। ਮਹਿਤਾ ਜੀ ਨੂੰ ਵਧਾਈਆਂ ਦਿੰਦੇ ਆ। ਮਾਤਾ ਤ੍ਰਿਪਤਾ ਜੀ ਤਾਂ ਅੰਦਰ ਪਏ ਆ। ਔਰ ਇਸ ਤਰ੍ਹਾਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਔਰ ਪੰਡਿਤ ਇਹ ਕਹਿ ਕੇ ਚਲਿਆ ਗਿਆ ਹੈ ਕਿ ਤੁਸੀਂ ਇੱਕ ਵਾਰੀ ਆਪਣੀ ਕੁੱਲਾ ਰੀਤ ਕਰੋ, ਇਹਦਾ ਨਾਮਕਰਨ ਠਹਿਰ ਕੇ ਕਰਾਂਗੇ। ਨਰ ਨਾਰੀ ਕੀਰਤ ਕਰ ਪੁਰਮੇ ਪਰਮ ਪੁਨੀਤ। ਔਰ ਸਾਰੇ ਨਗਰ ਦੇ ਲੋਕ ਨਾ ਮਹਿਤਾ ਕਾਲੂ ਜੀ ਦੇ ਸਪੁੱਤਰ ਦੀਆਂ ਸਿਫਤਾਂ ਕਰਦੇ ਆ। ਖੁਦ ਪਰਮੇਸ਼ਰ ਉਤਰਿਆ ਹੈ, ਉਹ ਤਾਂ ਬਾਅਦ ਵਿੱਚ ਪਤਾ ਲੱਗੇਗਾ, ਹਜੇ ਤਾਂ ਪ੍ਰਗਟ ਹੀ ਹੋਇਆ ਹੈ। ਪਰ ਇਹਨਾਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਰਾਏ ਭੋਏ ਕੀ ਤਲਵੰਡੀ ਨਨਕਾਣਾ ਸਾਹਿਬ ਦਾ ਵਾਤਾਵਰਨ ਬੜਾ ਸੁੰਦਰ ਬਣ ਗਿਆ। ਦਰਖਤਾਂ ਨੂੰ ਫਲ ਬਹੁਤ ਲੱਗਿਆ ਇਤਕੀ। ਔਰ ਗੁਰੂ ਪਿਆਰਿਓ ਜਿਹੜਾ ਸਮਾਂ ਬੜਾ ਲੱਗਿਆ। ਧਰਤੀ ਵੀ ਖੁਸ਼ ਹੋਈ ਆ। ਔਰ ਇਹ ਸਿਆਣਿਆਂ ਨੇ ਲਿਖਿਆ ਵੀ ਜਦੋਂ ਕੋਈ ਇਹੋ ਜਿਹੀ ਘਟਨਾ ਘਟਦੀ ਹੈ, ਕੋਈ ਚੰਗੀ ਰੂਹ ਦੁਨੀਆ ਵਿੱਚ ਆਉਂਦੀ ਹੈ, ਤੇ ਵਾਤਾਵਰਨ ਨੂੰ ਵੀ ਫਰਕ ਪੈਂਦਾ, ਮਾਹੌਲ ਦਾ ਵੀ ਫਰਕ ਪੈਂਦਾ। ਤਾਂ ਚੌਪਈ ਬਹੁਤ ਨਾੜ ਕੀ ਸੁਤ ਜਨਮਾਹੀ ਅਸੁਤ ਸਭ ਕੀਨੋ ਕਿਸ ਨਾਹੀ। ਬੜੇ ਧਨਾੜ ਅਮੀਰ ਲੋਕਾਂ ਦੇ ਘਰੇ ਪੁੱਤਰ ਜੰਮੇ, ਪਰ ਕਿਸੇ ਨੇ ਇੰਨੀ ਖੁਸ਼ੀ ਨਹੀਂ ਮਨਾਈ ਜਿੰਨੀ ਬਾਬੇ ਨਾਨਕ ਦੇ ਜਨਮ ਦੀ ਮਨਾਈ ਗਈ। ਨਗਰ ਨਿਵਾਸੀਆਂ ਨੇ ਵੀ ਮਨਾਈ, ਮੰਗਣ ਵਾਲਿਆਂ ਨੇ ਵੀ ਮਨਾਈ, ਔਰ ਮਹਿਤਾ ਕਾਲੂ ਜੀ ਨੇ ਵੀ ਕਿਸੇ ਗੱਲ ਦੀ ਤੋੜ ਨਹੀਂ ਛੱਡੀ, ਖੁੱਲ੍ਹਾ ਵਰਤਾਇਆ। ਕਹੇ ਪਰਸ ਪਰ ਮਿਲ ਨਰ ਨਾਰੀ ਜਨਮਿਓ ਸੁਤ ਕੋ ਕਰਮ ਉਜਾਰੀ। ਤਾਂ ਸਾਰੇ ਆਪਸ ਵਿੱਚ ਗੱਲਾਂ ਕਰਦੇ ਆ ਨਗਰ ਨਿਵਾਸੀ ਵੀ ਮਹਿਤਾ ਕਾਲੂ ਦੇ ਪੁੱਤਰ ਤਾਂ ਕੋਈ ਨਾ, ਇਹਨਾਂ ਦੀ ਕੁੱਲ ਨੂੰ ਉਜਲਾ ਕਰਨ ਵਾਲਾ। ਉਜਾਰੀ ਦਾ ਮਤਲਬ ਹੈ ਉਜਲਾ ਕਰਨ ਵਾਲਾ, ਦੁਨੀਆ ਵਿੱਚ ਪ੍ਰਗਟ ਕਰਨ ਵਾਲਾ। ਅੱਜ ਬੇਦੀ ਕੁੱਲ ਸੰਸਾਰ ਵਿੱਚ ਪ੍ਰਗਟ ਹੋ ਗਈ। ਬਾਬੇ ਨਾਨਕ ਜੀ ਬੇਦੀ ਕੁੱਲ ਦੇ ਮਾਨੋ ਕਲਸ਼ ਹੈ। ਕਲਸ਼ ਕੀ ਹੁੰਦਾ ਹੈ? ਜੋ ਗੁੰਬਦ ਉੱਤੇ ਲੱਗਿਆ ਹੁੰਦਾ, ਸੋਨੇ ਦਾ, ਚਾਂਦੀ ਜਾਂ ਸਟੀਲ ਦਾ ਲਾ ਲੈਂਦੇ ਆ। ਕਲਸ਼ ਸ਼੍ਰੋਮਣੀ ਭਾਵ ਇਹ ਸਾਰੇ ਗੱਲਾਂ ਕਰਦੇ ਆ ਵੀ ਮਹਿਤਾ ਕਾਲੂ ਦਾ ਪੁੱਤਰ ਤਾਂ ਕੋਈ ਵਈ ਵੱਡੇ ਭਾਗਾਂ ਵਾਲਾ ਹੈ। ਕਿਸੇ ਬੱਚੇ ਦੇ ਜਨਮ 'ਤੇ ਇੰਨੀਆਂ ਖੁਸ਼ੀਆਂ ਨਹੀਂ ਮਨਾਈਆਂ ਕਿਸੇ ਨੇ। ਹਸਤੀ ਕੀਨ ਭਲੇ ਕੁਲ ਚਾਲੀ ਪਾਏ ਸੂਪ ਮੈਂ ਬਰਕਤ ਸਾਲੀ। ਔਰ ਖਸ਼ਟੀ 6 ਦਿਨਾਂ ਬਾਅਦ ਜਾਂ 60 ਦਿਨਾਂ ਬਾਅਦ। ਤੇ ਆਪਣੇ ਮਾਲਵੇ ਦੀ ਰੀਤ ਹੈ ਕਿ ਜੋ ਜੱਚਾ ਬੱਚਾ ਹੈ ਉਹਨਾਂ ਨੂੰ ਕਮਰੇ 'ਚੋਂ ਬਾਹਰ ਲੈ ਕੇ ਆਉਣਾ, ਇਹਨੂੰ ਬਾਹਰ ਵਧਾਉਣਾ ਕਹਿੰਦੇ ਆ। 6 ਦਿਨਾਂ ਦੇ ਬਾਅਦ ਛਠੀ ਕੀਤੀ ਗਈ। ਔਰ ਪਾਏ ਸੂਪ ਮੈਂ ਬਰਖਤ ਸਾਲੀ। ਔਰ ਗੁਰੂ ਪਿਆਰਿਓ ਛਠੀ ਦੀ ਰਸਮ ਕੀਤੀ ਗਈ, ਛਠੀ ਦੀ ਰਸਮ ਮਨਾਈ ਗਈ। ਅਤੇ ਭਲੀ ਕੁੱਲ ਵਾਲੀਆਂ ਰੀਤਾਂ ਜਿਹੜੀਆਂ ਛੱਜ ਵਿੱਚ ਚਾਵਲ ਪਾ ਕੇ ਛੰਡੇ ਗਏ, ਇਹ ਬੀਬੀਆਂ ਜਾਣਦੀਆਂ ਰੀਤਾਂ ਹੁੰਦੀਆਂ ਬੱਚੇ ਦੇ ਜਨਮ ਤੋਂ ਬਾਅਦ। ਮਾਲਵੇ ਵਿੱਚ ਪੁਰਾਣੀਆਂ ਬਜ਼ੁਰਗ ਮਾਈਆਂ ਜ਼ਿਆਦਾ ਜਾਣਦੀਆਂ। ਇਸ ਤਰ੍ਹਾਂ ਕਹਿੰਦੇ ਇਹ ਸਾਰੇ ਕਾਰਜ ਕੀਤੇ ਗਏ।
ਔਰ ਮਾਤਾ ਜੀ ਨੂੰ ਬਾਹਰ ਵਧਾਉਣਾ ਕੀਤਾ ਹੈ ਜੀ। 13 ਦੋਸ ਹੈ ਸੰਖਿਆ ਕੀਨੀ, ਆਓ ਦਿਜ ਕਾਲੂ ਸੁਧ ਦੀਨੀ। ਅਖੀਰ 13 ਦਿਨ ਬਤੀਤ ਹੋ ਗਏ। 13ਵੇਂ ਦਿਨ ਪੰਡਤ ਹਰਦਿਆਲ ਨੂੰ ਫਿਰ ਸੱਦਾ ਦਿੱਤਾ, ਸੁਨੇਹਾ ਲਾਇਆ ਵੀ ਆ ਜਾ ਭਾਈ, ਤੂੰ ਕਹਿੰਦਾ ਜਿੱਦਾਂ ਬੱਚਾ 13 ਦਿਨਾਂ ਦਾ ਹੋ ਗਿਆ ਫਿਰ ਨਾਮ ਰੱਖਾਂਗੇ। ਸਿਸ ਕੋ ਨਾਨਕ ਨਾਮ ਤਰੀਜੈ, ਇਸ ਕੀ ਸਰਬਰ ਕੋ ਨ ਜਨੀਜੈ। ਹੁਣ ਮਹਿਤਾ ਕਾਲੂ ਜੀ ਦੇ ਘਰ ਹਰਦਿਆਲ ਆ ਗਿਆ, ਬੈਠ ਗਏ, ਗੱਲਾਂ ਬਾਤਾਂ ਚੱਲੀਆਂ। ਬੜਾ ਮੋਹਤਵਾਰ ਸਿਆਣਾ ਮਨੁੱਖ ਹੈ ਪੰਡਤ ਹਰਦਿਆਲ ਵੀ ਨਗਰ ਦਾ, ਔਰ ਮਹਿਤਾ ਕਾਲੂ ਜੀ ਵੀ ਘੱਟ ਨਹੀਂ ਹੈ, ਉਹ ਵੀ ਪਿੰਡ ਦੇ ਮੋਹਤਵਾਰ ਬੰਦੇ ਆ। ਬੁਲਾ ਲਿਆ, ਘਰੇ ਆਇਆ, ਜਲ ਪਾਣੀ ਛਕਿਆ। ਫਿਰ ਗੱਲ ਚੱਲੀ, ਹਾਂ ਬਈ ਪੰਡਤ ਜੀ ਕੀ ਨਾਮ ਰੱਖਿਆ ਫਿਰ ਬੱਚੇ ਦਾ? ਤੇ ਪੰਡਤ ਹਰਦਿਆਲ ਜੀ ਕਹਿੰਦੇ ਇਸ ਬੱਚੇ ਦਾ ਨਾਮ ਰੱਖਾਂਗੇ ਆਪਾਂ ਨਾਨਕ, ਇਸ ਦੇ ਵਰਗਾ ਹੋਰ ਕੋਈ ਨਹੀਂ ਹੈ ਮੈਨੂੰ ਲੱਗਦਾ। ਚੌਪਈ ਪੰਡਤ ਕੈ ਸੋ ਪਵਾਇਓ ਚੋਲਾ, ਤਬ ਕਾਲੂ ਮੁਖ ਤੇ ਬਚ ਬੋਲਾ। ਤਾਂ ਕੁਝ ਦਿਨ ਬੱਚੇ ਨੂੰ ਆਮ ਤੌਲੀਏ ਵਗੈਰਾ ਵਿੱਚ ਹੀ ਰੱਖਿਆ ਜਾਂਦਾ ਹੈ। ਜਦੋਂ ਨਾਮਕਰਨ ਕੀਤਾ ਜਾਂਦਾ ਹੈ ਫਿਰ ਗੁਰਸਿੱਖ ਜਿਹੜੇ ਆ ਉਹ ਗ੍ਰੰਥੀ ਕੋਲੋਂ ਇਹ ਰਸਮ ਕਰਾਉਂਦੇ ਆ। ਗ੍ਰੰਥੀ ਬੁਲਾ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਜਲ ਵਿੱਚ, ਮੁੱਖ ਵਿੱਚ ਜਲ ਪਾ ਕੇ ਉਸ ਬੱਚੇ ਨੂੰ ਬਾਹਰ ਵਧਾਉਂਦੇ ਆ ਔਰ ਚੋਲਾ ਪਵਾਉਂਦੇ ਆ। ਅਸੀਂ ਗੁਰਮਤਿ ਮੁਤਾਬਕ ਰੀਤ ਕਰਨੀ ਹੈ। ਤਾਂ ਉਸ ਸਮੇਂ ਗੁਰੂ ਪਿਆਰੋ ਪੰਡਤ ਹਰਦਿਆਲ ਨੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਲਾ ਚੋਲਾ ਪਵਾਇਆ। ਅੱਜ ਛੋਟਾ ਜਿਹਾ ਝਗਲੀ ਚੋਲਾ ਪਵਾਇਆ ਔਰ ਰਲ ਮਿਲ ਨਾਮ ਸੋ ਤਰਕਨ ਹਿੰਦੂ, ਨਹਿ ਰਾਖਵੇ ਨਾਮ ਤਿਜ ਦਿੰਦੂ। ਹੁਣ ਬਾਬੇ ਨਾਨਕ ਦਾ ਨਾਮ ਹੈ ਨਾਨਕ। ਨਾ ਨਾਨਕ ਚੰਦ ਰੱਖਿਆ ਸੀ, ਨਾ ਨਾਨਕ ਦੇਵ ਰੱਖਿਆ ਸੀਗਾ। ਜਿਸ ਵੇਲੇ ਪੰਡਤ ਹਰਦਿਆਲ ਕਹਿੰਦਾ ਵੀ ਇਸ ਬੱਚੇ ਦਾ ਨਾਮ ਰੱਖਾਂਗੇ ਨਾਨਕ, ਤੇ ਮਹਿਤਾ ਕਾਲੂ ਜੀ ਕਹਿੰਦੇ ਵੀ ਪੰਡਤ ਜੀ ਗੱਲ ਸੁਣੋ, ਵੀ ਇਹ ਨਾਨਕ ਸ਼ਬਦ ਕਿਹੋ ਜਿਹਾ ਸ਼ਬਦ ਹੈ? ਇਹਦੋਂ ਪਤਾ ਨਹੀਂ ਲੱਗਦਾ ਵੀ ਬੱਚਾ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ। ਇਹਦੇ ਪਿੱਛੇ ਕੋਈ ਨਾਨਕ ਚੰਦ, ਕੋਈ ਨਾਨਕ ਰਾਮ, ਕੋਈ ਨਾਨਕ ਦੇਵ ਆਦਿ ਦਾ ਤੂੰ ਲਾਇਆ ਹੀ ਨਹੀਂਗਾ। ਕੱਲਾ ਹੀ ਨਾਨਕ ਕਿਵੇਂ ਚੱਲੇਗਾ? ਆਵਰ ਨਾਮ ਕੋ ਸੋਧ ਤਰੀਜੈ, ਰਿਦੇ ਸ਼ੁਭਾ ਸ਼ੁਭ ਭੇਵਲ ਕੀਜੈ। ਚੰਗੀ ਤਰ੍ਹਾਂ ਸੋਚ ਕੇ ਨਾਮ ਰੱਖ ਬੱਚੇ ਦਾ, ਕਿਉਂਕਿ ਹੁਣ ਸਾਡੇ ਨਾਮ ਦੇ ਮਗਰ ਸਿੰਘ ਲੱਗੇ ਆ। ਚਾਹੇ ਕਿ ਬਹੁਤ ਸਾਰੇ ਨੌਜਵਾਨਾਂ ਨੇ ਕੇਸ ਵੀ ਕਟਾ ਦਿੱਤੇ ਆ, ਪਰ ਜਦੋਂ ਨਾਮ ਪੁੱਛਦਾ ਕੋਈ ਵੀ ਤੇਰਾ ਨਾਮ ਕੀ ਹੈ ਜੀ, ਫਲਾਨਾ ਸਿੰਘ, ਤਾਂ ਪਤਾ ਲੱਗਦਾ ਬੰਦਾ ਤਾਂ ਇਹ ਸਰਦਾਰਾਂ ਦਾ ਸੀਗਾ, ਪਰ ਇਹ ਕੇਸ ਕਟਾਈ ਫਿਰਦਾ। ਕਹੋ ਸਤਨਾਮ। ਇੱਕ ਪਛਾਣ ਬਣ ਗਈ ਸਾਡੀ। ਹਿੰਦੂ ਮਤ ਵਿੱਚ ਰਾਮ, ਚੰਦ ਆਦਿ ਸ਼ਬਦ ਲਾਇਆ ਜਾਂਦਾ। ਉਸ ਮੁਸਲਮਾਨ ਮਤ ਵਿੱਚ ਗੁਰੂ ਪਿਆਰਿਓ ਇਹ ਰੀਤ ਹੈ ਕਿ ਆਪਣਾ ਨਾਮ ਮਗਰੋਂ ਮੂਹਰੇ ਮੁਹੰਮਦ ਲਾਉਂਦੇ। ਉਹ ਮੁਹੰਮਦ ਸਾਹਿਬ ਦੇ ਨਾਮ ਨੂੰ ਪਹਿਲਾਂ ਮੂਹਰੇ ਲਾਉਂਦੇ ਆ ਔਰ ਪਿੱਛੇ ਫਿਰ ਬੱਚੇ ਦਾ ਨਾਮ ਲਿਖਦੇ ਆ। ਤੁਸੀਂ ਮੁਸਲਮਾਨਾਂ ਨੂੰ ਪੁੱਛ ਲਿਓ, ਦੱਸਣਗੇ ਵੀ ਸਾਡਾ ਨਾਮ ਮੁਹੰਮਦ ਫਲਾਨਾ ਸੀ, ਮੁਹੰਮਦ ਫਲਾਨਾ। ਮੁਹੰਮਦ ਨੂੰ ਮੁੱਖ ਰੱਖਿਆ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਜਿਹੜਾ ਨਾਮ ਲਿੱਤਾ ਉਹਦੇ ਪਿੱਛੇ ਸਿੰਘ ਲਾਇਆ ਹੈ। ਤਾਂ ਸਿੰਘ ਸ਼ਬਦ ਸਾਡੀ ਇੱਕ ਨਿਸ਼ਾਨੀ ਹੈ। ਗੁਰੂ ਕਿਰਪਾ ਕਰਨ ਅਸੀਂ ਸਾਬਤ ਸੂਰਤ ਹੋਈਏ, ਇਹ ਸਾਡੀ ਪਛਾਣ ਹੈ। ਜੇ ਤੁਹਾਡੇ ਦਸਤਾਰ ਬੰਨੀ ਹੈ, ਦਾੜਾ ਪ੍ਰਕਾਸ਼ ਹੈ, ਸ਼ਾਬਤ ਸੂਰਤ ਹੋ, ਤਾਂ ਦਿੱਲੀ, ਦੱਖਣ, ਆਲ ਵਰਲਡ ਵਿੱਚ ਕਿਤੇ ਵੀ ਚਲੇ ਜਾਓ, ਜਿਹੜਾ ਬੰਦਾ ਤੁਹਾਨੂੰ ਨਹੀਂ ਵੀ ਜਾਣਦਾ ਵੀ ਕੌਣ ਹੈ, ਕਿੱਥੋਂ ਆਇਆ, ਕੀ ਨਾਮ ਹੈ, ਉਹ ਵੀ ਤੁਹਾਨੂੰ ਸਰਦਾਰ ਜੀ ਕਹਿ ਕੇ ਬੁਲਾਵੇਗਾ। ਕਹੋ ਸਤਨਾਮ। ਕਿਉਂਕਿ ਆਲ ਵਰਲਡ ਵਿੱਚ ਸਾਡੀ ਇੱਕ ਪਛਾਣ ਬਣ ਗਈ ਹੈ ਵੀ ਇਹਨਾਂ ਨੂੰ ਸਰਦਾਰ ਕਹਿੰਦੇ ਆ, ਜਿਨ੍ਹਾਂ ਦੇ ਦਸਤਾਰ ਬੰਨੀ ਹੁੰਦੀ ਹੈ, ਕੇਸ ਦਾੜੇ ਹੁੰਦੇ ਆ, ਸਾਬਤ। ਅੱਗੇ ਚੱਲੀਏ। ਮਹਿਤਾ ਕਾਲੂ ਜੀ ਕਹਿੰਦੇ ਪੰਡਤ ਜੀ ਇੱਕ ਐਸਾ ਨਾਮ ਰੱਖਿਆ ਤੁਸੀਂ, ਕੋਈ ਐਸਾ ਨਾਮ ਰੱਖੋ ਨਾ ਪਤਾ ਲੱਗੇ ਵੀ ਮੁੰਡਾ ਕਿੰਨਾ ਦਾ। ਜੋ ਖਤਰੀ ਕੇ ਕੁਲ ਪਲ ਲਾਗੈ, ਧਰੋ ਨਾਮ ਅਸ ਬ੍ਰਿਪ ਸੁਭਾਗੈ। ਸੁਭਾਗੇ ਉਹ ਵੱਡੇ ਭਾਗਾਂ ਵਾਲੇ ਸਿਆਣੇ ਪੰਡਤ ਹਰਦਿਆਲ ਜੀ, ਉਹ ਨਾਮ ਰੱਖੋ ਪਤਾ ਲੱਗੇ ਵੀ ਇਹ ਖੱਤਰੀਆਂ ਦਾ ਬੱਚਾ ਹੈ। ਪਿੱਛੇ ਰਾਮਚੰਦ ਕੁਛ ਵੀ ਨਹੀਂ ਲਾਇਆ, ਤੁਸੀਂ ਕੱਲਾ ਨਾਨਕ ਕਿਵੇਂ ਰੱਖਿਆ? ਦੋਹਰਾ ਪੂਰਬ ਰਾਖੀ ਨਾਮ ਜੀ, ਪਛ ਹਿੰਦਿයਨ ਜੋਏ। ਪੂਰਬ ਪਹਿਲਾਂ ਜਿਹੜੇ ਵੀ ਲੋਕਾਂ ਨੇ ਹਿੰਦੂ ਮਤ ਦੇ ਬੱਚਿਆਂ ਦੇ ਨਾਮ ਰੱਖੇ ਹਨ, ਸੋ ਤੁਮ ਹਿਰਦੇ ਵਿਚਾਰ ਕੈ, ਕਹੋ ਨ ਤਰਕੇ ਕੋਏ। ਹਾਂ, ਕੋਈ ਐਵੇਂ ਨਾ ਤਰਕ ਕਰੇ,
सोच के रखो नाम, पता लगे भी ये खत्रियां दा बच्चा है। चौबई सुनियो श्रवण तिज बचन उचारा, जय तुमरो सुत वड अवतारा। और पंडित हरदयाल गुरु प्यारो अपनी हिकमत मुताबक, अपने ज्ञान मुताबक कहन लगे, मेहता कालू जी ये पुत्र केवल तुहाडा नहीं हैगा। कहो सतनाम श्री। ये जो तुहाडा पुत्र है ना, एक वड्डा अवतार है परमेश्वर दा। राम कृष्ण अवतार जो हर का, पूजत हिंद ना माने तुर का। और ये उन्हां अवतारां तो भी वड्डा जिहड़े पहला होए आ। रामचंद्र कृष्ण जी इन्हां नूं केवल हिंदू मनदे आ, इन्हां नूं मुसलमान नहीं मनदे, ते मुसलमानां दे मुहम्मद साहब नूं हिंदू नहीं मनदे। कहो सतनाम श्री। इस करके मैं बेनती करदा मेहता जी इहदा नाम नानक ही रखना है, क्योंकि इस को मानेंगे दो, हिंद तुर्क सिख होए सबको। इनू हिंदू भी मनणगे, तुर्क भी मनणगे, इनू सारा संसार मनूगा। ये सारे संसार का गुरु है, अवतारी पुरुष है। ये दसदे आ कि पंडित हरदयाल कहना भी साडे वेदां विच भी लिखिया सीगा भी एक नानक नाम का अवतार भी आवेगा। कहो सतनाम श्री। वो कहता भी साडे ग्रंथां विच लिखिया है भी एक ऐसा अवतार आवेगा जिसका नाम नानक होवेगा। और भरथरी गुरु प्यारिओ गोरखनाथ का चेला ये बैठा जंगलों विच, बाबा नानक जी यात्रा करते हुए उहदे कुटिया के बाहर जाके बैठ गए। भरथरी अंदरों बाहर आया है, बाहर 3 साधु बैठे आ, कोल बह गया। बाबा जी कित्थों आए? भाई मरदाना जी होरे कहन लगे असी पंजाबों आए हैं। अच्छा, कहन लगे जी कोई जान पछाण? भाई मरदाना जी होरे कहन लगे, भाई बाला जी कहन लगे जी ये नानक जी हैं, मेरा नाम बाला है, तो ये मेरा साथी मरदाना रबाब बजाउंदा। तुसी नानक हो? बाबा जी कहने क्यों तू जानदा मैनू? कहना हाँ जी, मैं अपने गुरु नूं कुछ प्रश्न पूछे सन, तो मैनू वो कहन लग्या तैनूं कलयुग दे विच आके बाबा नानक ही दसूगा। कोई सतनाम नानक अवतार होवेगा। यही गल 5वें पातशाह जी नूं संतोख ऋषि कहंदा, जिहड़ा 5000 साल धरती विच एक मठ विच बैठा रहा। कोई सतनाम जद उहनूं बाहर कढिया, उहदे नाल गलबात चली। कहंदा जी किहड़ा समा चल रहा है? बाबा बुढ़ा जी वर्गे सिंह कहंदे जी कलयुग चल रहा है। कलयुग दे विच नानक ने आउणा सी। वो कहंदे जी आ चुके आ। ते नानक दे 5वें स्वरूप कहन लगे जी तुहाडे सामने बैठे आ गुरु अर्जन देव। फिर नमस्कार करदा है। पातशाह कहंदे भी तू मैनू किवें जाणदा? वो कहन लग्या जी मैं अपने उस्ताद नूं, अपने गुरु नूं 2-3 प्रश्न पूछे सन। वो मैनू कहना भी तेरे इन्हां प्रश्नों का जवाब कलयुग दे विच गुरु नानक का 5वां स्वरूप देवेगा। कोई सतनाम श्री। मतलब कि ये पिछों सिस्टम बनया होया, तो चलो ये पंडित ने आपने वेख्या होना वेदां चों। इसने उन्हां लक्षणां नूं जाणदियां होया, शरीर के अंगां दे सुभाਅ नूं देखदियां होया, धन गुरु नानक देव जी का नाम अज इन्हें नानक रखे है। मेहता कालू जी कहते चो पता नहीं लगता ये कौन है, ये मगर कोई खत्रियां वाला शब्द भी तो लाउना करो। इसके चरण पोत की न्यायी, पार परे परमार्थ पाई। पंडित हरदयाल कहन लगे मेहता जी तेरा पुत्र तो सृष्टि का मालक है, अवतार है। ये चरण पोत कहते आ समुद्री बेड़े नूं। ये चरण जिहड़े हैं समुद्री बेड़े की न्याई हैं। जिहड़ा भी ये चरणों नाल लगेगा वो परमार्थ नूं, परमेश्वर की प्राप्ति नूं प्राप्त करेगा और संसार समुद्र चो पार होवेगा। संगत करे तरे पव सागर, सकल जगत में होए उजागर। ये तेरा पुत्र मैनू महान रूह लगती है। जिहड़ा इहदी संगत करेगा संसार समुद्र चो पार हो जाएगा। सगल जगत में करे उजागर। ये तेरा पुत्र सोडी कोलनों आल वर्ल्ड विच
ਵਿਖਾ ਦੇਵੇਗਾ, ਉਜਾਗਰ ਪ੍ਰਗਟ ਕਰੇਗਾ। बहुत नर को करे उदारा नाम भगत दे दान उदारा। ਇਸ ਤੇਰੇ ਪੁੱਤਰ ਨੇ ਬੜੇ ਜੀਵਾਂ ਦਾ ਉਧਾਰ ਕਰਨਾ ਹੈ। ਪ੍ਰੇਮਾ ਭਗਤੀ ਦੇ ਨਾਮ ਦੇ ਨਾਲ ਜੋੜ ਕਰਕੇ ਪਰਮੇਸ਼ਰ ਨਾਲ ਨਾਮ ਦਾ ਦਾਨ ਦੇ ਕੇ दोहरा वण तृण भूम आकाश में होए अधिक प्रताप। ਤਾਂ ਪੰਡਤ ਹਰਦਿਆਲ ਕਹਿਣ ਲੱਗਿਆ ਇਹ ਤੇਰਾ ਪੁੱਤਰ ਕੋਈ ਸਿੰਪਲ ਬੱਚਾ ਨਾ ਜਾਣ, ਇਹ ਆਮ ਬੱਚਾ ਨਹੀਂ ਹੈ ਕੋਈ, ਇਹ ਤਾਂ ਸ੍ਰਿਸ਼ਟੀ ਸਾਰੀ ਇਹਨੂੰ ਪੂਜੇਗੀ। ਵਨ ਤ੍ਰਿਣ ਜੰਗਲ ਦਾ ਤਿਨਕਾ ਤਿਨਕਾ, ਭੂਮੀ ਧਰਤੀ ਆਕਾਸ਼ ਮੈਂ ਹੋਏ ਅਡਕ ਪ੍ਰਤਾਪ, ਹਰ ਥਾਂ ਤੇ ਇਹਦਾ ਪ੍ਰਤਾਪ ਮੰਨਿਆ ਜਾਵੇਗਾ। परम पुरातन पुरख पर मानव कह जाप। ਔਰ ਇਹ ਪਰਮ ਪੁਰਖ ਪੁਰਾਤਨ ਪਰਮੇਸ਼ਰ ਹੈ। ਔਰ ਸਤਿਗੁਰੂ ਪੰਜਵੇਂ ਪਾਤਸ਼ਾਹ ਬਾਣੀ ਵਿੱਚ ਵੀ ਲਿਖਦੇ ਨੇ 16 ਕਲਾ ਸੰਪੂਰਨ ਫਲਿਆ। ਆਪਾਂ ਸਾਰੇ ਨਾ 16 ਕਲਾ, ਇਸਤਰੀਆਂ ਕੋਲੇ 16 ਸ਼ਿੰਗਾਰ ਹੁੰਦੇ ਆ, ਮਨੁੱਖ ਦੇ ਵੀ 16 ਕਲਾ ਹੁੰਦੀਆਂ, ਪਰ ਸਾਰਿਆਂ ਵਿੱਚ ਪੂਰੇ ਨਹੀਂ ਹੁੰਦੇਗੇ, ਘੱਟ ਹੁੰਦੇ ਆ। ਤਾਂ ਪਾਤਸ਼ਾਹ ਕਹਿੰਦੇ ਜਿਹੜੇ ਇਹ ਤੋਂ ਪਹਿਲਾਂ ਅਵਤਾਰ ਹੋਏ ਆ ਉਹ 16 ਕਲਾ ਹੋਏ ਆ, ਰਾਮ ਹੋਏ, ਕ੍ਰਿਸ਼ਨ ਹੋਏ, ਉਹ 16 ਕਲਾ ਅਵਤਾਰ ਸੀਗੇ। ਪਰ ਬਾਬਾ ਨਾਨਕ ਦੇ ਵਿੱਚ ਕਿੰਨੀਆਂ ਕਲਾ ਹੈ? 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕਰ ਚੜ੍ਹਿਆ। ਆਹ 9 ਕਲਾ ਤਾਂ ਸਾਡੀਆਂ ਸਾਰਿਆਂ ਕੋਲ ਹੀ ਆ, 5 ਗਿਆਨ ਇੰਦਰੇ, 5 ਕਰਮ ਇੰਦਰੇ। ਉਸ ਤੋਂ ਬਾਅਦ ਅੱਗੇ ਕਲਾ ਆ ਜਾਂਦੀਆਂ ਸਾਡੇ ਵਿੱਚ, ਗਿਆਨ ਦੀਆਂ ਸ਼ਕਤੀਆਂ, ਕਿਸੇ 'ਚ ਕੋਈ ਗਿਆਨ, ਕਿਸੇ ਕੋਈ ਗਿਆਨ, ਇਹ ਕਲਾ ਕਹਾਉਂਦੀਆਂ। ਬੀਬੀਆਂ ਵਿੱਚ 16 ਸ਼ਿੰਗਾਰ ਹੁੰਦੇ ਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਭਾਈ ਸਾਹਿਬ ਜੀ ਕਹਿਣ ਲੱਗੇ ਇਹ ਸਰਵ ਕਲਾ ਸਮਰੱਥ ਹੈ। ਉਹ ਰਾਮਚੰਦ ਨੂੰ, ਕ੍ਰਿਸ਼ਨ ਨੂੰ ਕੇਵਲ ਹਿੰਦੂ ਮੰਨਦੇ ਹੈ, ਮੁਹੰਮਦ ਸਾਹਿਬ ਨੂੰ ਕੇਵਲ ਮੁਸਲਮਾਨ ਮੰਨਦੇ ਹੈ, ਪਰ ਜਿਹੜਾ ਤੇਰਾ ਪੁੱਤਰ ਹੈ ਨਾ ਇਹਨੂੰ ਤਾਂ ਆਲ ਵਰਲਡ ਮੰਨੇਗਾ। ਇਹਨੂੰ ਕਿਆ ਧਰਤੀ, ਕਿਆ ਆਕਾਸ਼, ਹਰ ਥਾਂ ਤੇ ਇਹਦਾ ਬੋਲਬਾਲਾ ਹੋਵੇਗਾ। चौपाई गोगिर सागर मार्ग देही निस्बासुर ऐस में से। ਇਹ ਉਹ ਹੈ ਜਿਸ ਨੂੰ ਧਰਤੀ, ਪਹਾੜ, ਸਾਗਰ ਵੀ ਰਸਤਾ ਦੇਣਗੇ। ਬਾਬਾ ਨਾਨਕ ਜੀ ਜਾ ਬੈਠੇ ਸੱਖਰ ਭੱਖਰ ਦੀ ਬੰਦਰਗਾਹ ਤੇ, ਜਾਣਾ ਸੀ ਮੱਕੇ। ਮਰਦਾਨਾ ਜਿੱਦ ਪੈ ਗਿਆ, ਕਹਿੰਦਾ ਜੀ ਤੁਹਾਡੀ ਕਿਰਪਾ ਨਾਲ ਮੈਂ ਦੇਖ ਸਕਦਾ, ਮੈਨੂੰ ਮੱਕਾ ਦਿਖਾਓ। ਕਹਿੰਦੇ ਚੱਲ ਫਿਰ ਪਹਿਲਾਂ ਤੇਰੀ ਇੱਛਾ ਪੂਰੀ ਕਰੀਏ। ਤਾਂ ਉਸ ਸਾਗਰ ਦੇ ਕਿਨਾਰੇ ਤੇ ਆ ਕੇ ਬੈਠ ਗਏ ਜਿੱਥੋਂ ਸਮੁੰਦਰੀ ਬੇੜੇ ਜਾਂਦੇ ਆ ਤੇ ਪਰਲੇ ਪਾਸੇ ਮੱਕੇ ਦੇ ਪੱਤਣ ਤੇ ਲਾਉਂਦੇ ਆ। ਜਦੋਂ ਆ ਕੇ ਬੈਠੇ ਤੇ ਕੁਝ ਮੁਸਲਮਾਨ ਵੀਰ ਬੈਠੇ ਆ, ਅੱਡਾ ਹੀ ਹੁੰਦਾ ਇੱਕ ਤਰ੍ਹਾਂ ਦਾ, ਬੱਸਾਂ ਦਾ ਅੱਡਾ, ਹਵਾਈ ਅੱਡਾ, ਐਵੇਂ ਇਹ ਬੇੜਿਆਂ ਦਾ ਅੱਡਾ ਹੁੰਦਾ ਹੈ ਜਿਹਨੂੰ ਆਪਾਂ ਬੰਦਰਗਾਹ ਕਹਿੰਦੇ ਆ। ਬਹਾਵਲਦੀਨ ਪੀਰ ਵਰਗੇ ਬੈਠੇ ਆ ਉੱਥੇ, ਵਿਚਾਰ ਵਟਾਂਦਰੇ ਚੱਲੇ, ਗੱਲਾਂ ਬਾਤਾਂ ਚੱਲੀਆਂ। ਜਦੋਂ ਉਹਨਾਂ ਦਾ ਸਮੁੰਦਰੀ ਬੇੜਾ ਆਇਆ ਤੇ ਬਾਬਾ ਜੀ ਕਹਿੰਦੇ ਚੱਲ ਮਰਦਾਨੇ ਆ ਜਹਾਜ਼ 'ਚ ਬੈਠੀਏ। ਉਹ ਪੀਰ ਕਹਿਣ ਲੱਗਿਆ ਵੀ ਤੁਸੀਂ ਸਾਡੇ ਨਾਲ ਨਹੀਂ ਜਾ ਸਕਦੇ, ਕਿਉਂਕਿ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੱਕੇ ਜਾਣ ਦਾ ਹੁਕਮ ਨਹੀਂ ਦਿੰਦੇ ਸਾਡੇ ਮੁਸਲਮਾਨ ਵੱਡੇ। ਕਹੋ ਸਤਨਾਮ। ਸਾਡੇ ਜਿਹੜੇ ਜਥੇਦਾਰ ਹੈ, ਵੱਡੇ ਔਲੀਏ ਹਨ, ਉਹ ਕਹਿੰਦੇ ਵੀ ਹਿੰਦੂ ਜਿਹੜਾ ਉਹ ਮੱਕੇ 'ਚ ਨਹੀਂ ਆ ਸਕਦਾ, ਬੈਨ ਲੱਗਿਆ ਹੋਇਆ। ਜੇ ਤੁਸੀਂ ਸਾਡੇ ਨਾਲ ਜਹਾਜ਼ 'ਤੇ ਚਲੇ ਗਏ ਨਾ ਤੇ ਸਾਨੂੰ ਝਿੜਕਾਂ ਪੈ ਜਾਣਗੀਆਂ, ਅਸੀਂ ਤੁਹਾਨੂੰ ਜਹਾਜ਼ 'ਤੇ ਨਾਲ ਨਹੀਂ ਲਿਜਾ ਸਕਦੇ। ਅੱਛਾ ਕਿਵੇਂ ਕਰੀਏ ਮਰਦਾਨਿਆ? ਹੁਣ ਆਪਾਂ ਉਹ ਜਹਾਜ਼ ਤੁਰ ਗਿਆ, ਉਹਨਾਂ ਦਾ ਬੇੜਾ ਤੁਰ ਗਿਆ, ਬਾਬਾ ਜੀ ਖੜੇ ਰਹੇ। ਮਰਦਾਨੇ ਨੂੰ ਕਹਿੰਦੇ ਮਰਦਾਨਿਆ ਹੁਣ ਕਿਵੇਂ ਜਾਈਏ? ਜਹਾਜ਼ ਤਾਂ ਗਿਆ। ਕਹਿੰਦਾ ਬਾਬਾ ਯਾਰ ਕਾਹਨੂੰ ਮੈਨੂੰ ਭੁਲੇਖੇ 'ਚ ਪਾਉਣਾ, ਤੈਨੂੰ ਕੋਈ ਨਹੀਂ ਰੋਕ ਸਕਦਾ। ਕਹੋ ਸਤਨਾਮ। ਤੈਨੂੰ ਕੌਣ ਹੈ ਰੋਕਣ ਵਾਲਾ? ਚਾਹੁੰਦਾ ਤੂੰ ਜਹਾਜ਼ ਵਿੱਚ ਵੀ ਬਹਿ ਸਕਦਾ ਸੀ, ਪਰ ਤੂੰ ਨਹੀਂ ਬੈਠਾ। ਤੈਨੂੰ ਇਹ ਸਮੁੰਦਰ, ਇਹ ਦਰਿਆ, ਇਹ ਪਹਾੜ, ਇਹ ਸਾਰੇ ਦੁਨੀਆ ਰਸਤਾ ਆਪ ਦਿੰਦੀ ਹੈ। ਮੈਂ ਮੱਕਾ ਦੇਖਣਾ। ਅੱਛਾ ਨਹੀਂ ਸਾਰਦਾ ਨਾ, ਚੰਗਾ ਰਬਾਬ ਵਜਾ। ਫਿਰ ਬਹਿ ਕੇ ਚੌਂਕੜਾ ਮਾਰ ਕੇ ਮਰਦਾਨੇ ਨੇ ਧਿਆਨ ਜੋੜਿਆ, ਰਬਾਬ ਵਜਾਉਣੀ ਸ਼ੁਰੂ ਕੀਤੀ। ਬਾਬਾ ਜੀ ਨੇ ਸ਼ਬਦ ਉਚਾਰਨ ਕੀਤਾ ਤੇ ਜਦੋਂ ਸ਼ਬਦ ਪੂਰਾ ਹੋਇਆ, ਸ਼ਬਦ ਪੂਰਾ ਹੋਣ ਤੇ ਆਪਾਂ ਹੀ ਮੱਥਾ ਟੇਕਦੇ ਹਾਂ ਤੇ ਥੱਲੇ ਨਮਸਕਾਰ ਕਰਕੇ ਸਿਰ ਉੱਪਰ ਚੱਕਿਆ। ਮਰਦਾਨੇ ਨੇ ਅੱਖਾਂ ਖੋਲੀਆਂ, ਬਾਬਾ ਜੀ ਨੇ ਖੋਲੀਆਂ। ਮਰਦਾਨੀਆਂ ਦੇਖਦਾ ਭਲਾ ਕਿੱਥੇ ਬੈਠੇ ਆ? ਉਹ ਸਾਹਮਣੇ ਕੀ ਦਿਸਦਾ?
ਉਹ ਤਾਂ ਮਾਰੇ ਮੱਕੇ ਦੇ ਬੁਰਜ ਆ, ਆਪਾਂ ਮੱਕੇ ਪਹੁੰਚ ਗਏ। ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ। ਆਪਾਂ ਤਾਂ ਮੱਕੇ ਪਹੁੰਚ ਗਏ ਮਹਾਰਾਜ। ਹਾਂ ਮਰਦਾਨੀਓ ਮੱਕਾ ਹੀ ਆ ਸਮੁੰਦਰੀ ਬੇੜੇ ਵਾਲੇ ਸਾਲ ਬਾਅਦ ਗਏ ਆ ਮੱਕੇ, ਬਾਬਾ ਉਸੇ ਟਾਈਮ ਪਹੁੰਚ ਗਿਆ ਉੱਥੇ। ਕਹੋ ਸਤਨਾਮ। ਸ਼ਕਤੀਆਂ ਪ੍ਰੀਤਮ ਦੇ ਵਿੱਚ ਜਿਹੜੀਆਂ ਪੰਡਤ ਹਰਦਿਆਲ ਜਨਮ ਵੇਲੇ ਦੱਸਦਾ ਹੈ, ਕਹਿੰਦੇ ਮਹਿਤਾ ਜੀ ਇਹ ਕੋਈ ਤੇਰਾ ਆਮ ਬੱਚਾ ਨਹੀਂ ਹੈ, ਇਹ ਪਰਮੇਸ਼ਰ ਦਾ ਅਵਤਾਰ ਹੈ, ਪਰਮ ਪੁਰਖ ਪੁਰਾਤਨ। ਭਾਵ ਜਿਵੇਂ ਲਿਖਿਆ ਆਦਿ ਸੱਚ ਜੁਗਾਦ ਸੱਚ, ਪੁਰਾਤਨ ਦਾ ਮਤਲਬ ਆਦਿ ਜੁਗਾਦੀ, ਜੋ ਸਭ ਤੋਂ ਪਹਿਲਾਂ ਹੈ, ਜੋ ਯੁੱਗਾਂ ਵਿੱਚ ਵੀ ਸੀ, ਅੱਜ ਵੀ ਹੈ ਤੇ ਕੱਲ੍ਹ ਵੀ ਹੋਵੇਗਾ। ਇਹ ਤੇਰਾ ਪੁਰਖ ਪਰਮ ਪੁਰਾਤਨ ਪੁਰਖ ਪਰਮੇਸ਼ਰ ਹੈ। ਸਾਰੀ ਮਾਨਵ ਜਾਤੀ ਇਹਦਾ ਨਾਮ ਜਪੇਗੀ। ਅੱਜ ਗੁਰੂ ਨਾਨਕ ਨੂੰ ਸਾਰੀ ਸ੍ਰਿਸ਼ਟੀ ਪਿਆਰ ਕਰਦੀ ਹੈ। ਜੇ ਮੁਸਲਮਾਨਾਂ ਕੋਲੇ ਗਏ ਤਾਂ ਉਹਨਾਂ ਨੇ ਇਹਨਾਂ ਦਾ ਨਾਮ ਰੱਖ ਲਿਆ ਨਾਨਕ ਸ਼ਾਹ ਪੀਰ। ਹਿੰਦੂ ਮਤ ਨੇ ਰੱਖ ਲਿਆ ਸ਼੍ਰੀ ਗੁਰੂ ਨਾਨਕ ਦੇਵ ਜੀ। ਔਰ ਗੁਰੂ ਪਿਆਰੋ ਸਤਿਗੁਰੂ ਨਾਨਕ ਦੇਵ ਜੀ ਦੇ ਕੋਈ 18-19 ਨਾਮ ਰੱਖੇ ਆ ਲੋਕਾਂ ਨੇ। ਜਿੱਥੇ ਜਾਂਦੇ ਸੀ ਆਪਦਾ ਸ਼ਬਦ ਪਿੱਛੇ ਲਾ ਲੈਂਦੇ ਸੀ ਵੀ ਇਹ ਤਾਂ ਸਾਡਾ ਪੀਰ ਆ। ਸਿੱਖਾਂ ਨੇ ਵੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਕਿਹਾ, ਕੋ ਸਤਨਾਮ ਗੁਰੂ ਨਾਨਕ ਸਾਹਿਬ ਕਿਹਾ। ਇਸ ਕਰਕੇ ਮਹਿਤਾ ਜੀ ਕਹਿੰਦੇ ਕੋਈ ਨਾਮ ਹੋਰ ਧਰੋ, ਕਹਿੰਦਾ ਨਹੀਂ ਇਹਦਾ ਨਾਮ ਨਾਨਕ ਹੀ ਆ। ਇਹ ਨਾਨਕ ਆਇਆ ਹੈ, ਨਾਨਕ ਆਇਨ ਕਰਕੇ ਦੱਸਦੇ ਆ ਇਹਨਾਂ ਦੇ ਗ੍ਰੰਥਾਂ 'ਚ ਲਿਖਿਆ ਕਿਤੇ ਨਾਨਕ ਆਇਨ ਵੀ ਇੱਕ ਨਾਨਕ ਆਉਣਗੇ। ਔਰ ਮੈਂ ਬੜੀ ਵਿਚਾਰ ਕੀਤੀ ਹੈ। ਗੋਕਿਰ ਸਾਗਰ ਮਾਰਗ ਦੇਹੀ ਨਿਸਬਾਸੁਰ ਆਇਸ ਮੈਂ ਸੇ। ਇਸ ਨੂੰ ਤਾਂ ਧਰਤੀ ਪਹਾੜ ਸਾਗਰ ਸਾਰੇ ਰਸਤਾ ਦੇਣਗੇ ਔਰ ਇਹਦੇ ਹੁਕਮ ਵਿੱਚ ਚੱਲਣਗੇ, ਇਹਦੀ ਗੱਲ ਮੰਨਣਗੇ। ਭੈ ਵਿੱਚ ਪਵਨ ਵਹਿ ਸਦਭਾਵ ਜੋ ਸ਼ਬਦ ਲਿਖਿਆ ਨਾ, ਕੋਈ ਅੱਤ ਕਥਨੀ ਨਹੀਂ ਹੈ। ਇਹ ਉਸ ਨਿਰਗੁਣ ਦਾ ਹੀ ਦੂਜਾ ਰੂਪ ਸਰਗੁਣ ਹੈ। ਕਹੋ ਸਤਨਾਮ। ਬਾਬਾ ਨਾਨਕ ਜੋ ਪਰਮੇਸ਼ਰ ਰੰਗ ਰੂਪ ਤੋਂ ਰਹਿਤ ਹੈ, ਉਹੋ ਹੀ ਦੂਜਾ ਰੂਪ ਧਾਰ ਕੇ ਨਾਨਕ ਬਣ ਕੇ ਆਇਆ। ਕਿਉਂਕਿ ਧਰਤੀ ਦੀਆਂ ਲੋਕਾਂ ਦੀਆਂ ਪੁਕਾਰਾਂ ਬੜੀਆਂ ਗਈਆਂ ਸੀਗੀਆਂ। ਉਸ ਵੇਲੇ ਜ਼ੁਲਮ ਦਾ ਰਾਜ ਹੋ ਰਿਹਾ ਸੀਗਾ ਔਰ ਜ਼ੁਲਮ ਕੀਤਾ ਜਾ ਰਿਹਾ ਸੀ ਤੇ ਧਰਤੀ ਕਹਿ ਰਹੀ ਸੀਗੇ ਹੁਣ ਮੈਥੋਂ ਬਚਿਆ ਨਹੀਂ ਜਾਂਦਾ, ਮੈਂ ਗਰਕ ਹੋਊਂਗੀ, ਬਚਾਉਣਾ ਤੇ ਬਚਾ ਲਾ। ਤੇ ਪਰਮੇਸ਼ਰ ਕਹਿੰਦੇ ਫਿਕਰ ਨਾ ਕਰ, ਫਿਰ ਮੈਂ ਬੰਦੇ ਤਾਂ ਬਹੁਤ ਭੇਜੇ ਸੀ ਕਿ ਜਾ ਕੇ ਮੇਰੇ ਨਾਲ ਦੁਨੀਆ ਨੂੰ ਜੋੜੋ, ਪਰ ਇਹ ਚੰਗਾ ਨਹੀਂ ਕੀਤਾ। ਕਿਸੇ ਨੇ ਜਾ ਕੇ ਮੇਰੀ ਗੱਲ ਨਹੀਂ ਕੀਤੀ। ਜਿਨ ਜਿਨ ਤਣਕ ਸਿੱਧੀ ਕੋ ਪਾਇਓ ਤਿਨ ਤਿਨ ਆਪਣਾ ਰਾਹ ਚਲਾਇਓ। ਜਿਹਨੂੰ ਭੋਰਾ ਕੋਈ ਰਿੱਧੀ ਸਿੱਧੀ ਪ੍ਰਾਪਤ ਹੋ ਗਈ ਉਹਨੇ ਆਪਣਾ ਹੀ ਰਾਹ ਚਲਾ ਲਿਆ। ਇਸ ਕਰਕੇ ਮੈਂ ਆਵਾਂਗਾ ਤੇ ਅੱਜ ਉਹ ਆ ਗਿਆ ਹੈ। ਇਸ ਕਰਕੇ ਪੰਡਤ ਹਰਦਿਆਲ ਵੀ ਇਹ ਗੱਲ ਸਮਝਦਾ ਹੈ। ਕਹਿੰਦਾ ਕਰ ਵਿਚਾਰੋ ਨਾਨਕ ਨਾਮਾ ਯਾਤੀ ਮੇ ਰਾਖਿਓ ਬਿਰਾਮਾ। ਤਾਂ ਤੇ ਮਹਿਤਾ ਕਾਲੂ ਜੀ ਬੜੀ ਲੰਬੀ ਸੋਚ ਵਿਚਾਰ ਤੋਂ ਬਾਅਦ 13 ਦਿਨ ਮੈਂ ਗ੍ਰੰਥ ਪੜ੍ਹਦਾ ਰਿਹਾ ਵੀ ਇਹ ਕੌਣ ਹੈ। ਕਹੋ ਸਤਨਾਮ। ਇਹ ਰੂਹ ਜਿਹੜੀ ਆਈ ਹੈ ਮੈਂ ਇਹਦਾ ਕੀ ਨਾਮ ਰੱਖਾਂ ਜਿਹੜਾ ਸਾਰਥਕ ਹੋਵੇ ਇਹਦਾ ਨਾਮ। ਤਾਂ ਮੈਨੂੰ ਇਸ ਦਾ ਨਾਮ ਬੜੀ ਸੋਚ ਵਿਚਾਰ ਤੋਂ ਬਾਅਦ ਨਾਨਕ ਹੀ ਸੁਝਿਆ। ਇਹਦਾ ਨਾਮ ਨਾਨਕ ਹੀ ਰੱਖਣਾ, ਆਪਾਂ ਇਹਦੇ ਨਾਲ ਕੁਝ ਵੀ ਨਹੀਂ ਲਾਉਣਾ। ਹਿੰਦੂ ਤੁਰਕ ਜਪੇਂਗੇ ਦੋ ਸਮਲ ਨਾਮੇ ਜਾਨੋ ਸੋ। ਔਰ ਇਸ ਨੂੰ ਸਾਰੇ ਜਪਣਗੇ, ਸ਼ਾਮਿਲ ਇਹ ਸਾਰਿਆਂ ਵੀ ਸ਼ਾਮਿਲ ਹੋਵੇਗਾ। ਹਿੰਦੂ ਵੀ ਇਸ ਨੂੰ ਮੰਨਣਗੇ, ਮੁਸਲਮਾਨ ਵੀ ਮੰਨਣਗੇ ਔਰ ਇਸ ਦਾ ਨਾਨਕ ਨਾਮ ਜਿਹੜਾ ਹੈ ਇਹ ਸਾਰਿਆਂ ਵਿੱਚ ਪ੍ਰਚਲਿਤ ਹੋਵੇਗਾ। ਔਰ ਆਪੇ ਹੀ ਆਪਣਾ ਗੁਰੂ ਪੀਰ ਜਾਣ ਕੇ ਆਪ ਦਾ ਨਾਮ ਵੀ ਨਾਲ ਲਾ ਲੈਣਗੇ। ਤੋ ਮੁਸਲਮਾਨ ਵੀਰ ਨਾਨਕ ਸ਼ਾਹ ਪੀਰ ਕਹਿੰਦੇ ਆ। ਜਿਸ ਵੇਲੇ ਪਾਤਸ਼ਾਹ ਜੀ ਦਾ ਆਖਰੀ ਸਮਾਂ ਆਇਆ ਸੀ ਕਰਤਾਰਪੁਰ ਨਗਰ ਵਿਖੇ ਤੇ ਸਤਿਗੁਰਾਂ ਨੇ ਜੋਤੀ ਜੋਤ ਸਮਾਉਣਾ ਕੀਤਾ ਸੀ ਤੇ ਬਾਹਰ ਰੌਲਾ ਪੈ ਗਿਆ ਸੀਗਾ। ਸਿੱਖ ਸੰਗਤਾਂ ਕਹਿਣ ਲੱਗੀਆਂ ਇਹ ਸਾਡਾ ਗੁਰੂ ਹੈ, ਅਸੀਂ ਸੰਸਕਾਰ ਕਰਾਂਗੇ ਸਾਡੀ ਵਿਧੀ ਮੁਤਾਬਕ ਸਰੀਰ ਦਾ। ਮੁਸਲਮਾਨ ਵੀਰ ਕਹਿਣ ਲੱਗੇ ਸਾਡਾ ਪੀਰ ਹੈ, ਅਸੀਂ ਤਾਂ ਕਬਰ ਬਣਾਵਾਂਗੇ, ਪੂਜਾ ਕਰਾਂਗੇ ਇਹਨਾਂ ਦੀ। ਕਹੋ ਸਤਨਾਮ। ਬਾਹਰ ਰੌਲਾ ਪੈ ਗਿਆ। ਬਾਬਾ ਬੁੱਢਾ ਜੀ ਖੜੇ ਆ ਗੇਟ ਦੇ, ਕਮਰੇ ਦੇ ਗੇਟ ਤੇ ਕੋਠੜੀ ਹੈ ਜਿਹਦੇ ਵਿੱਚ ਪਾਤਸ਼ਾਹ ਨੇ ਅੰਦਰ ਜਾ ਕੇ ਸਰੀਰ ਤਿਆਗਿਆ ਸੀ। ਬਾਬਾ ਬੁੱਢਾ ਜੀ ਕਹਿਣ ਲੱਗੇ ਉਹ ਘਬਰਾਉਂਦੇ ਕਹਾਂ ਬਾਬੇ ਨੂੰ ਪੁੱਛ ਲੈਂਦਾ ਵੀ ਤੇਰੇ ਸਰੀਰ ਦਾ ਹੁਣ ਕੀ ਕਰੀਏ ਅਸੀਂ। ਕਹਿੰਦੇ ਚਲੋ ਉਹਨਾਂ ਨੂੰ ਪੁੱਛ ਲਓ। ਪਹਿਲਾਂ ਵੀ ਉੱਠੀ ਖੜੇ ਸੀਗੇ ਜਦੋਂ ਸ਼੍ਰੀ ਚੰਦ ਨੇ ਆ ਕੇ ਕਿਹਾ ਬਾਪੂ ਸਾਡੇ ਨਾਲ 4 ਘੜੀਆਂ 2 ਘੜੀਆਂ ਗੱਲਾਂ ਤਾਂ ਕਰ ਲੈਂਦਾ, ਇੱਕ ਵਾਰੀ ਫਿਰ ਪੁੱਛ ਲੈਂਦੇ ਆ।
जब अंदर बाबा बुढ़ा जी गए तो अंदर शरीर मिलिया ही नहींगा, अलोप ही हो गया। 2 चादरां रह गईयां, एक थल्ले विछाई सी, एक उत्ते लई सी। कहो सतनाम। एक उन्होंने लैके अपना संस्कार का हिसाब कर लिया, दूजिया ने अपनी पूजन वास्ते कौर बना ली। सारे ही पूजते हैं, मेहता जी ये तेरा पुत्र कोई आम संसारी मनुख नहीं है। भव पत्री में ऐ शुभ बाता, जो हेरी सो पाखी क्याता। तो इस दे परथाए जो मैं जाने वो तेनू दस दिता है। कालू कूर ना लखिए को हो, कही साच निश्चय हो सो। और नाले गल सुन ला, जिहड़ियां मैं गल्लां तैनू दसियां ने पूरियां होणगियां, पूरियां होण लगियां। जदों पता की होया, वो कहंदा इहदियां तलियां दा जिहड़ा सेंटर चों उच्चियां तलियां इहदियां, इहदे कोले माया बहुत आऊगी पर इहने घरे नहीं रखनी। ते गल उही होई, जदों वड्डे होए ते बहुत समान लटाया। कहो सतनाम। बेबे नानकी दी शादी हुई आ, एक मुंदरी बनाई आ सोने दी बाबे नानक वास्ते भी। तड़के तड़के गए आ बाहर जंगल, पानी लोटा फड़िया, पित्तल दा गड़वा हत्थ च पानी वाला। जदों मुड़ के आए खेतों वालों, फिरनी दे उत्ते एक साध बैठा, वो साध कोले बह गए, गल्लां बातां चलमियां, साधां दे संगी सीगे, गल्लां बातां करन लग पे। साधु कहंदा बच्चा की नाम है तेरा? कहंदे जी मेरा नाम है नानक निरंकारी। लै आपे ही निरंकार बनिया फिरदा, निरंकार बनना कोई सौखी जी गल है? तू किवें निरंकार होया? बाबा जी नाल तां पित्तल दा गड़वा नूं फड़ाता मंज के, ते नाले उंगल चो ला के शाम मूरे धरती, कहने ऐस करके। कहो सतनाम। नाल तां नूं मुंदरी फड़ाती ते नाले गड़वा देता। वो साध कहना नहीं नहीं बच्चा लै जा, मैं लेना। बाबा कहने मैं तो देता, मैं तो दे के वापस लेंदा नहीं हुण। कहो सतनाम। मैं नहीं लैना हुणे, इसे करके मैनू नानक निरंकारी कहंदे आ। कहो सतनाम। ये निरंकार दा काम की है? देंदा दे, लैंदे थक पाहे, जुगां जुगंतर खाही खाहे। भावें कि घरे आके लड़ाई बहुत हुई, जब मेहता कालू ने वेख्या भी हुण तां बाहर नूं गया, बेबे नानकी ब्याह के चली गई सुल्तानपुर। वो छाप अजे कई दिनों तो उंगल च पाई हुई सी सोने की मुंदरी, वो ला के साध नूं दे आए। जदों हत्थ खाली वेख्या ते गड़वा भी नहीं हैगा, हत्थ विच बाहरों आए ना, ते लड़ाई हो गई। कहंदे मुंदरी कित्थे आ? कुछ नहीं बोलते, बापू के सामने बोलते कुछ नहीं। सवाल तो गल दी है भी बापू बहुत लड़दा पर नीवी पा के बैठे रहंदे। कहो सतनाम। जदों घरे लड़ाई बहुत हुई तो किसी ने जाके राय बलार नूं दसता। ये राय बलार ने कुछ कौतुक देखे सीगे बाबे नानक दे, तो उन्हें मान लिया सीगा कि मेरे इलाके विच ये बंदा नहीं, खुदा आया मेरा। राय बलार बाबे नानक नूं खुदा कहंदा सीगा, रब आया मेरा। और मेहता कालू नूं 20 रुपइया पिछे जिद्दे झड़किया सी ना छोटे हुंदियां, कहंदा मेहता कालू आ फड़ 20 रुपये, जे किते ये साडी वंश विच पैदा होया हुंदा मुसलमानां विच, मैं इहनूं घरे रख लैंदा, मैं आप सेवा करदा। पर रीति रिवाज मुताबक तुहाडे घर पैदा होया, पर यह खुदा है, रब है। जिन्ना भी तेरा नुकसान करे, खर्चा करे, मैथों ले जाया कर। कहो सतनाम। तू लड़ना नहीं ये नाल। उहदे लड़ाई मटाई। अज लड़ाई फिर हो गई। तो गुरु प्यारे हो, किसी ने जाके दसता राय बलार जी अज फिर प्यो पुत लड़ी जाते हैं। मेहता कालू झिड़की जाता है। अच्छा, उन्हें नौकर भेजा, जा सद के लिया मेहता जी नूं, नाले नानक जी नूं कह दिओ भी आ जान। दोने आ गए। पुछया की गल हो गई मेहता? मेहता जी कहते महाराज मैं कितना क झल्ली जावां, कितना क झल्ली जावां, ये रोज़ कोई ना कोई चीज़ चक के घरों बाहर सिੱਟੀ आउंदा। अज तो हद ही करती की नानकी दे विआह ते एक छाप बना के तोले भर दी सोने की उंगल च पाई सी, वो ला के बाहर सिੱਟੇ आया। एक पित्तल का गड़वा सिੱਟੇ आया, जो घरों ले जाता बाहर सिੱਟੇ आउंदा, मोड़ के घरे नहीं लिया। मेहता कालू कितना सोना चाहिए मैं देवां? कहता नहीं महाराज मैं तो कहना कोई 4 पैसे कमावे, पर मैं रजिया की कमाई तो ये जावे जिधर जाना है, मैनू ये कमाई की लोड़ नहीं। ये तो मेरा घर वाला भी उजाड़ी जाता है। कौन सतनाम। घर वाला भी गवाई जाता, मैनू ये कमाई की लोड़ नहीं। मैं तो कालू ने सोचा भी प्यो पुत की लड़ाई किवें खत्म करिए। कह लग्या कोई नहीं, फिर मैं इसकी लड़ाई खत्म करदा।
ਉਹਨਾਂ ਨੇ ਗੁਰੂ ਪਿਆਰੇ ਇੱਕ ਸੁਨੇਹਾ ਭੇਜਿਆ ਹੈ ਭਾਈਆ ਜੈ ਰਾਮ ਜੀ ਕੋਲ, ਬੇਬੇ ਨਾਨਕੀ ਦੇ ਕੋਲ, ਬਈ ਮੈਂ ਤੁਹਾਡੇ ਕੋਲ ਨਾਨਕ ਨੂੰ ਭੇਜ ਰਿਹਾ। ਇਹ ਨਾਨਕ ਖੁਦਾ ਹੈ, ਇਹਦੇ ਪਿਤਾ ਨੂੰ ਪਛਾਣ ਨਹੀਂ ਆ ਰਹੀ। ਇਹ ਪਰਮੇਸ਼ਰ ਦਾ ਸਰੂਪ ਹੈ, ਬੜਾ ਹੀ ਚੰਗਾ ਹੈ। ਮੇਰੇ ਇਲਾਕੇ ਵਿੱਚ ਪੈਦਾ ਹੋਇਆ ਰੱਬ, ਪਰ ਇਹਦੀ ਰੋਜ਼ ਬੇਅਦਬੀ ਹੁੰਦੀ ਹੈ ਪਿਤਾ ਵੱਲੋਂ। ਮੈਂ ਤੁਹਾਡੇ ਕੋਲੇ ਭੇਜਦਾ ਅਤੇ ਇਹਨੂੰ ਤੁਸੀਂ ਸੇਵਾ ਸੰਭਾਲ ਤੁਸੀਂ ਕਰਿਓ ਇਹਦੀ। ਤਾਂ ਫਿਰ ਗੁਰੂ ਪਿਆਰੋ ਇਹ ਸਲਾਹ ਕਰਕੇ ਮਹਿਤਾ ਕਾਲੂ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਬੇਬੇ ਨਾਨਕੀ ਕੋਲ ਭੇਜ ਦਿੰਦੇ ਆ। 5-7 ਦਿਨ ਤਾਂ ਬਾਬਾ ਜੀ ਰਹਿੰਦੇ ਆ ਵਿਹਲੇ ਹੀ ਬਾਬੇ ਨਾਨਕ ਆਪਣੀ ਬੇਬੇ ਭੈਣ ਨਾਨਕੀ ਦੇ ਕੋਲ। ਇੱਥੇ ਕਦੇ ਕੰਮ ਨਹੀਂ ਕੀਤਾ ਗਾ ਬਾਪੂ ਕੋਲੇ। ਉੱਥੇ ਜਾ ਕੇ ਭੈਣ ਨੂੰ ਕਹਿੰਦੇ ਭੈਣੇ, ਭੈਣ ਕੋਲੇ ਭਰਾ ਵਿਹਲੀਆਂ ਖਾਂਦਾ ਚੰਗਾ ਨਹੀਂ ਲੱਗਦਾ, ਮੈਨੂੰ ਕੋਈ ਕੰਮ ਦੱਸੋ। ਕਹੋ ਸਤਨਾਮ ਮੈਂ ਕੰਮ ਕਰਾਂ। ਬੇਬੇ ਨਾਨਕੀ ਕਹਿੰਦੀ ਵੀਰਾ ਤੈਨੂੰ ਕੰਮ ਕਰਨ ਦੀ ਕੀ ਲੋੜ ਹੈ, ਆਪਣੇ ਘਰੇ ਕਿਸੇ ਚੀਜ਼ ਦਾ ਘਾਟਾ ਨਹੀਂ ਹੈ, ਰੱਬ ਦਾ ਤਾਂ ਸਭ ਕੁਝ ਹੈ। ਉਹਨਾਂ ਦਾ ਸਹੁਰਾ ਵੀ ਜਿਹੜਾ ਸੀਗਾ ਭਾਈਆ ਜੈ ਰਾਮ ਦਾ ਪਿਤਾ, ਉਹ ਵੀ ਵੱਡਾ ਪਟਵਾਰੀ ਸੀ। ਤਾਂ ਗੁਰੂ ਪਿਆਰਿਓ ਮੂਲਾ ਖੱਤਰੀ ਵੀ ਪਟਵਾਰੀ ਸੀਗਾ, ਸਾਰੇ ਪਟਵਾਰੀ ਸਨ। ਤਾਂ ਹੁਣ ਬੇਬੇ ਨਾਨਕੀ ਕਹਿੰਦੀ ਆਪਣੇ ਘਰੇ ਸਾਰਾ ਕੁਝ ਹੈ, ਤੂੰ ਕੁਛ ਨਹੀਂ ਕਰਨਾ। ਕਹਿੰਦਾ ਨਹੀਂ ਮੈਂ ਵਿਹਲੀਆਂ ਨਹੀਂ ਖਾਣੀਆਂ, ਮੈਨੂੰ ਕੰਮ ਦੱਸੋ, ਮੈਂ ਕੰਮ ਕਰਕੇ ਖਾਊਂਗਾ। ਕਿਰਤ ਕਰਨੀ ਚਾਹੀਦੀ ਹੈ ਬੰਦੇ ਨੂੰ। ਫਿਰ ਭਾਈਆ ਜੈ ਰਾਮ ਦੀ ਜਾਣ ਪਛਾਣ ਮੌਕੇ ਦੇ ਰਾਜੇ ਦੌਲਤ ਖਾਨ ਦੇ ਨਾਲ ਹੈ। ਉਹਦਾ ਮੋਦੀ ਖਾਨਾ ਇਹਨਾਂ ਨੂੰ ਸੰਭਾਲਤਾ। ਖੈਰ ਆਪਾਂ ਉੱਥੇ ਪਹੁੰਚਾਂਗੇ ਹਲੇ ਠਹਿਰ ਕੇ। ਤਾਂ ਮਹਿਤਾ ਕਾਲੂ ਜੀ ਨੂੰ ਕਹਿ ਰਿਹਾ ਹੈ ਪੰਡਤ ਹਰਦਿਆਲ, ਇਹਦੇ ਵਰਗਾ ਇਹੋ ਹੀ ਹੈ, ਹੋਰ ਨਹੀਂ ਹੈ। ਨਾਨਕ ਨਾਮ ਅਰਥ ਤੈ ਸੁਣੀਐ, ਪਰਮ ਬਰਨ ਬਰ ਉਰ ਮੈਂ ਗੁਨੀਐ। ਹਾਂ, ਬੜੀ ਕਮਾਲ ਦੀ ਗੱਲ ਸੁਣਨ ਵਾਲੀ ਹੈ। ਨਾਨਕ 3 ਅੱਖਰਾਂ ਦਾ ਸ਼ਬਦ, ਇਹਦੇ ਅਰਥ ਦੱਸਦੇ ਆ ਭਾਈ ਸਾਹਿਬ ਜੀ। ਆਪਣੇ ਵੀ ਸ਼ਬਦਾਂ ਦੇ ਨਾਵਾਂ ਦੇ ਕੋਈ ਅਰਥ ਹੁੰਦੇ ਆ। ਕਈ ਲੋਕ ਆਪਣੇ ਨਾਵਾਂ ਨੂੰ ਸਕਾਰਥ ਕਰ ਜਾਂਦੇ ਆ, ਕਈ ਨਿਰਾਰਥ ਕਰ ਜਾਂਦੇ ਆ। ਜਿਵੇਂ ਨਾਮ ਤਾਂ ਗੁਰਮੁਖ ਸਿਉ ਹੈ, ਤੁਰਿਆ ਠੇਕਿਆਂ ਦੇ ਫਿਰਦਾ ਹੋਵੇ। ਕਹੋ ਸਤਨਾਮ। ਹੁਣ ਇੱਥੇ ਨਾਮ ਨਾਨਕ ਹੈ ਬਾਬਾ ਜੀ ਦਾ। ਮਹਿਤਾ ਕਾਲੂ ਨੂੰ ਪੰਡਤ ਹਰਦਿਆਲ ਕਹਿੰਦਾ ਆ ਤੈਨੂੰ ਮੈਂ ਦੱਸਦਾ ਇਹਦੇ ਨਾਨਕ ਦੇ 3 ਅੱਖਰਾਂ ਦਾ ਅਰਥ ਕੀ ਹੈ। 3 ਅੱਖਰ ਜੋੜ ਕੇ ਸ਼ਬਦ ਨਾਨਕ ਬਣਿਆ ਹੈ। ਪ੍ਰਾਗ ਜੁਨ ਕਾਰਨ ਅਪਮਾਨ ਅਬਦਾਨ ਜਾਨ, ਤਾਹੂ ਤੇ ਅਕਾਰ ਲੈ ਅਨਕ ਪੁਨ ਤੀਨ ਹੈ। ਕਹਿਣ ਲੱਗੇ ਇਹ ਬਣ ਗਏ 4 ਅੱਖਰ। ਇੱਕ ਨੰਨਾ, ਫਿਰ ਦੂਜਾ ਨੰਨਾ ਜਿਹੜਾ ਨੰਨੇ ਦੇ ਕੰਨਾਂ ਲੱਗਿਆ ਉਹ ਬਣ ਗਿਆ ਆੜਾ ਤੇ ਕੱਕਾ। ਇਹਨਾਂ 4 ਅੱਖਰਾਂ ਦੇ ਅਰਥ ਦੱਸਦੇ ਆ। ਕਹਿੰਦੇ ਪਹਿਲਾ ਜਿਹੜਾ ਨੰਨਾ ਹੈ ਉਹਦਾ ਮਤਲਬ ਹੈ ਕਿ ਇਹ ਪੁਰਖ ਹੈ, ਇਹਦੇ ਵਰਗਾ ਹੋਰ ਨਹੀਂ ਹੈ। ਦੂਸਰੇ ਨਕਾਰ ਤੇ ਨਿਕਾਰ ਕੇ ਆਕਾਰ ਕਰ, ਪਿਓ ਅਨ ਅਕ 4 ਵਰਣ ਸੋ ਕੀਨ ਹੈ। ਪਹਿਲਾ ਨੰਨਾ ਨਹੀਂ ਅਨ, ਇਹਦੇ ਵਰਗਾ ਦੂਜਾ ਨਹੀਂ ਹੈ। ਇਹ ਜੋ ਨਾਨਕ ਹੈ ਪਹਿਲਾ ਨੰਨਾ ਇਹ ਦੱਸਦਾ ਕਿ ਉਹ ਹੈ ਇੱਕ ਓਂਕਾਰ ਅਦੁੱਤੀ, ਜਿਹਦੇ ਵਰਗਾ ਹੋਰ ਨਹੀਂ ਹੈ। ਨਾ ਅਨ, ਇਹਦੇ ਵਰਗਾ ਹੋਰ ਨਹੀਂ ਹੈ। ਫਿਰ ਅਗਲਾ ਨੰਨਾ ਫਿਰ ਉਹਦੇ ਅਰਥ ਕਰਦੇ ਹਨ। ਕਹਿੰਦੇ ਦੂਸਰੇ ਨੰਨੇ ਦਾ ਮਤਲਬ ਹੈ ਕਿ ਇਹ ਆੜਾ, ਆੜੇ ਦਾ ਮਤਲਬ ਅੱਕਣਾ, ਦੁਖੀ ਹੋਣਾ, ਇਹਨੂੰ ਕੋਈ ਦੁੱਖ ਨਹੀਂ ਹੈ। ਕੰਨੇ ਤੋਂ ਆੜਾ ਬਣ ਜਾਂਦਾ ਹੈ। ਨਾਨਕ ਜਦ ਕਹਾਂਗੇ ਤਾਂ ਸੰਧੀ ਛੇਦ ਕਰਕੇ ਇਹ ਅੱਖਰ ਕੱਲੇ ਕੱਲੇ ਕਰ ਲਵਾਂਗੇ ਤਾਂ ਕੰਨੇ ਦਾ ਆੜਾ ਬਣ ਜਾਂਦਾ ਹੈ। ਐੜੇ ਦਾ ਮਤਲਬ ਹੈ ਕਿ ਇਹ ਅੱਕੇਗਾ ਨਹੀਂ, ਭਾਵ ਇਹਨੂੰ ਕੋਈ ਦੁੱਖ ਨਹੀਂ ਹੈ। ਤਾਈਓ ਜਦੋਂ ਜਨਮ ਹੋਇਆ ਸੀ ਤੇ ਮਾਤਾ ਦੌਲਤਾ ਦਾਈ ਕਹਿੰਦੀ ਮੈਂ ਬੱਚੇ ਤਾਂ ਜੰਮਦੇ ਬਹੁਤ ਵੇਖੇ ਆ, ਸਾਰੇ ਰੋਂਦੇ ਹੀ ਜੰਮਦੇ ਆ, ਪਰ ਇਹ ਹੱਸਦਾ ਹੋਇਆ ਜੰਮਿਆ। ਕਹੋ ਸਤਨਾਮ। ਮੈਨੂੰ ਨਹੀਂ ਸਮਝ ਆਉਂਦੀ ਵੀ ਚੰਗਾ ਕਿ ਮਾੜਾ, ਇਹ ਹੱਸਿਆ ਕਿਉਂ ਜਨਮ ਲੈ ਕੇ। ਜਿਵੇਂ ਕੋਈ 2 ਸਿਆਣੇ ਬੰਦੇ ਹੱਸ ਕੇ ਮਿਲਦੇ ਆ ਨਾ, ਕਹਿੰਦੀ ਜਦ ਮੇਰੇ ਹੱਥ ਵਿੱਚ ਆਇਆ ਜਨਮ ਲੈ ਕੇ ਇਹ ਮੁਸਕਰਾਇਆ। ਕਹੋ ਸਤਨਾਮ। ਜਿਵੇਂ ਇਹਨੂੰ ਕੋਈ ਦੁੱਖ ਹੀ ਨਹੀਂ ਹੁੰਦਾ। ਪੰਡਤ ਹਰਦਿਆਲ ਕਹਿੰਦਾ ਇਹ ਅੱਕੇਗਾ ਨਹੀਂ ਜ਼ਿੰਦਗੀ ਵਿੱਚ, ਇਹਨੂੰ ਕੋਈ ਦੁੱਖ ਨਹੀਂ ਹੋਵੇਗਾ। ਅਕਨਾ ਦੁੱਖ ਕੋ ਬਿਦਤ ਹੈ ਜਗਤ ਮਤ, ਜਾਨਰ ਕੋ ਨਹੀਂ ਦੁੱਖ ਸਦਾ ਸੁਖ ਲੀਨ ਹੈ। ਅੱਕਣ ਦਾ ਮਤਲਬ ਹੈ ਦੁਖੀ ਹੋਣਾ। ਸੰਸਾਰ ਇਹ ਸ਼ਬਦ ਦਾ ਅਰਥ ਹੈ ਅੱਕਣਾ, ਦੁਖੀ ਹੋਣਾ।
ਪਰ ਇੰਨਾ ਅਨਅਕ ਇਹ ਦੁਖੀ ਨਹੀਂ ਹੋਵੇਗਾ। ਸੰਸਾਰ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਇਹਦੇ ਨੇੜੇ ਨਹੀਂ ਆਵੇਗਾ। ਐਸੋ ਇਹੋ ਨਾਨਕ ਕੇ ਨਾਮ ਕੋ ਅਰਥ ਚੀਨ, ਸਤ ਸਿਤਾਨੰਦ ਨਿਤ ਭਗਤ ਅਧੀਨ ਹੈ। ਇਸ ਨਾਨਕ ਸ਼ਬਦ ਦੇ ਇਹ ਅਰਥ ਹਨ। ਇਹ ਭਗਤਾਂ ਦਾ ਪਿਆਰਾ ਜਿਹਦਾ ਆਨੰਦ ਸਭ ਨੂੰ ਆਨੰਦ ਦੇਣ ਵਾਲਾ ਪਰਮੇਸ਼ਰ ਦਾ ਸਰੂਪ ਹੈ। ਤੇ ਜਦੋਂ ਮੈਂ ਗੱਲ ਚਲਾਈ ਸੀਗੀ ਵੀ ਪੰਡਤ ਹਰਦਿਆਲ ਕਹਿੰਦਾ ਕਿ ਮੇਰੀਆਂ ਗੱਲਾਂ ਸੱਚੀਆਂ ਹੋਣਗੀਆਂ, ਲੋਹੇ ਤੇ ਲਕੀਰ ਆ, ਤੇਰਾ ਨਾਮ ਰੋਸ਼ਨ ਕਰ ਦਊਗਾ ਸੰਸਾਰ ਦੇ ਵਿੱਚ। ਮੈਂ ਤੇ ਆ ਫਿਕਰ ਨਾ ਕਰ ਤੂੰ, ਇਹ ਤੇਰਾ ਬੱਤਾ ਤਾਂ ਰੱਬ ਹੈ। ਜਦੋਂ ਆਹ ਕੰਮ ਕਰਨ ਲੱਗਿਆ, ਜਿਹੜੀ ਘਰੋਂ ਚੀਜ਼ ਲਿਜਾਣੀ ਬਚਪਨ ਤੋਂ ਲੈ ਕੇ ਬਾਹਰ ਸਿੱਟੇ ਆਉਣੀ, ਤੇ ਮਹਿਤਾ ਕਾਲੂ ਜੀ ਇੱਕ ਦਿਨ ਸਿੱਧੇ ਉੱਠੇ ਤੇ ਪੰਡਤ ਹਰਦਿਆਲ ਦੇ ਘਰੇ ਪਹੁੰਚ ਗਏ। ਕਹਿੰਦੇ ਪੰਡਤਾ, ਉਹ ਤੂੰ ਮੇਰੇ ਬੱਚੇ ਦੀ ਜਨਮ ਪੱਤਰੀ ਲਿਖੀ ਤੇ ਤੈਨੂੰ ਜਿੰਨਾ ਲਿਖਿਆ ਸਭ ਝੂਠ ਲਿਖਿਆ, ਕਿਉਂ, ਕੀ ਹੋ ਗਿਆ? ਤੂੰ ਕਹਿੰਦਾ ਸੀ ਇਹ ਬਹੁਤ ਅਮੀਰ ਹੋਵੇਗਾ, ਇਹਦੇ ਕੋਲ ਪੈਸਾ ਬਹੁਤ ਆਵੇਗਾ। ਆਹੋ, ਮੈਂ ਨਾਲ ਇਹ ਵੀ ਕਿਹਾ ਸੀ ਇਹਨੇ ਕੋਲੇ ਨਹੀਂ ਰੱਖਣਾ, ਕਹੋ ਸਤਨਾਮ। ਉਹੀ ਤਾਂ ਗੱਲ ਆ। ਕਹਿੰਦਾ ਇਹ ਪੈਸਾ ਤਾਂ ਆਪਦਾ ਤਾਂ ਕਮਾਉਣਾ ਕੀ ਹੈ, ਜਿਹੜਾ ਮੇਰਾ ਘਰੇ ਪਹਿਲਾਂ ਕਮਾਇਆ ਉਹ ਵੀ ਗਵਾਈ ਜਾਂਦਾ, ਕਹੋ ਸਤਨਾਮ। ਇਸ ਕਰਕੇ ਤੈਨੂੰ ਲਿਖਣਾ ਨਹੀਂ ਆਇਆ ਮੇਰਾ ਡੇਟ ਆਫ ਬਰਥ, ਬੱਚੇ ਦੀ ਜਨਮ ਪੱਤਰੀ ਜੋ ਲਿਖੀ ਹੈ ਤੂੰ, ਤੇਰੀਆਂ ਸਾਰੀਆਂ ਗੱਲਾਂ ਝੂਠੀਆਂ। ਤੂੰ ਕਹਿੰਦਾ ਸੀ ਮੇਰਾ ਨਾਮ ਰੋਸ਼ਨ ਕਰੂਗਾ, ਇਹ ਤਾਂ ਪਹਿਲਾਂ ਵਾਲਾ ਨਾਮ ਵੀ ਖਰਾਬ ਕਰੀ ਜਾਂਦਾ, ਕਹੋ ਸਤਨਾਮ। ਪਛਾਣ ਨਹੀਂ ਨਾ ਆਈ ਹਜੇ ਬਾਬੇ ਨਾਨਕ ਦੀ। ਸਭ ਤੋਂ ਪਹਿਲਾਂ ਬਾਬੇ ਨਾਨਕ ਨੂੰ ਪਛਾਣਿਆ ਮਾਤਾ ਆਪਣਾ ਬੇਬੇ ਨਾਨਕੀ ਨੇ ਜਾਂ ਰਾਏ ਬੁਲਾਰ ਨੇ, ਇਹਨਾਂ ਦੋਵਾਂ ਨੂੰ ਪਛਾਣ ਆਈ ਸੀ ਪਹਿਲਾਂ। ਖੈਰ ਅੱਗੇ ਚੱਲ ਗਏ ਆਪਾਂ। ਐਸੇ ਨਾਨਕ ਸ਼ਬਦ ਦੇ ਅਰਥ ਹਨ ਦੋਹਰਾ। ਪਰਮ ਹਰਖ ਕਾਲੂ ਕਰਤ ਸੁਨ ਦਿਜ ਬਰਕੇ ਬੈਨ। ਜਦੋਂ ਪੰਡਤ ਦੇ ਕੋਲੋਂ ਆਪਣੇ ਪੁੱਤਰ ਦੀਆਂ ਇੰਨੀਆਂ ਸਿਫਤਾਂ ਸੁਣੀਆਂ, ਹਜੇ ਤਾਂ ਬਚਪਨ ਨਾ, ਹਜੇ ਤਾਂ ਜਨਮ ਸ਼ੁਰੂਆਤ ਹੀ ਹੋਈ ਆ, ਤਾਂ ਗਾਂਹ ਜਾ ਕੇ ਪਤਾ ਲੱਗੂਗਾ ਨਾ। ਕਹਿੰਦੇ ਬੜਾ ਖੁਸ਼ ਹੋਇਆ ਮਹਿਤਾ ਕਾਲੂ, ਪੰਡਤ ਦੀਆਂ ਗੱਲਾਂ ਸੁਣ ਕੇ ਆਪਣੇ ਪੁੱਤਰ ਤੇ ਮਾਣ ਕਰਦਾ ਹੈ। ਸਾਦਰ ਦੀਨ ਉਪਾਇਨੰ ਜੋ ਬੋਰ ਨਿਜ ਐਨ। ਉਪਾਇਨੰਗ ਭੇਟਾ, ਨਾਮ ਕਰਨ ਦੀ ਭੇਟਾ ਮਹਿਤਾ ਕਾਲੂ ਜੀ ਨੇ ਪੰਡਤ ਹਰਦਿਆਲ ਨੂੰ ਦੇਣੀ ਕੀਤੀ ਹੈ। ਚੌਪਈ ਜਾਵਤ ਦਿਜ ਪਰ ਰਿਦੇ ਵਿਚਾਰਤ, ਗਟੀ ਗਿਨਤ ਹੋਵਤ ਅਤਿਆਰਤ। ਉਹਨੇ ਪੰਡਤ ਘਰ ਨੂੰ ਜਾਂਦਾ ਹੋਇਆ ਨਾ, ਰਸਤੇ ਵਿੱਚ ਕੁਝ ਗੱਟੀ ਗਿਣਨਾ ਸੋਚਦਾ ਜਾਂਦਾ। ਇੱਕ ਸੋਚ ਉਤਰਨੀ, ਇੱਕ ਚੜ੍ਹਨੀ, ਇਹਨੂੰ ਕਹਿੰਦੇ ਗੱਟੀਆਂ ਗਿਣਨਾ। ਇਹ ਸੋਚਦਾ ਜਾਂਦਾ ਕਿ ਦੇਹ ਬ੍ਰਿਧ ਪੀ ਬੈਸ ਬਿਹਾਵਾ, ਯਾਤੇ ਪਿਓ ਮੁਝ ਮਨ ਪਛਤਾਵਾ। ਕਹਿਣ ਲੱਗਿਆ ਯਾਰ ਮੇਰੀ ਉਮਰ ਵੀ ਵੱਡੀ ਹੋ ਗਈ, ਮੇਰਾ ਬੁਢਾਪੇ 'ਚ ਪੈਰ ਪੈ ਗਿਆ, ਤੇ ਮੌਤ ਦਾ ਇਹ ਵੀ ਪਤਾ ਨਹੀਂ ਕਦੋਂ ਆ ਜਿਆ। ਸਵੇਰੇ ਸੋਹਲਾ ਸਾਹਿਬ ਦੇ ਪਹਿਲੇ ਸ਼ਬਦ ਦੇ ਅਰਥ ਕੀਤੇ ਸੀ ਆਪਾਂ। ਸੱਦੜੇ ਨਿਤ ਪਵਨ ਸੱਦਨਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਮੌਤ ਵੀ ਪਤਾ ਨਹੀਂ ਕਦੋਂ ਆ ਜੇ। ਗ੍ਰੰਥਾਂ ਦੇ ਮੁਤਾਬਕ ਇਹ ਜੋ ਬੱਚਾ ਪੈਦਾ ਹੋਇਆ ਮਹਿਤਾ ਕਾਲੂ ਦੇ ਘਰੇ, ਇਹ ਕੋਈ ਪ੍ਰਤਾਪੀ ਪੁਰਖ ਹੈ, ਔਰ ਮੈਂ ਚਾਹੁੰਦਾ ਸੀ ਮੈਂ ਇਹਦੇ ਪ੍ਰਤਾਪ ਨੂੰ ਦੇਖਾਂ। ਜਦੋਂ ਵੱਡਾ ਹੋ ਕੇ ਗਿਆਨ ਦੇਣ ਲੱਗੇ, ਬੋਲਣ ਲੱਗੇ, ਜਾਂਦਾ ਹੋਇਆ ਅਰਦਾਸਾਂ ਕਰਦਾ ਜਾਂਦਾ ਪਰਮੇਸ਼ਰ ਦੇ ਚਰਨਾਂ 'ਚ ਕਿ ਮਹਾਰਾਜ ਮੈਨੂੰ ਇੰਨਾ ਕੁ ਸਮਾਂ ਜ਼ਰੂਰ ਦੇ ਦਿਓ ਕਿ ਮੈਂ ਇਸ ਬੱਚੇ ਦੇ ਵੱਡੇ ਹੋਣ ਤੋਂ ਬਾਅਦ ਇਹਦੇ ਬਚਨ, ਇਹਦੀਆਂ ਗੱਲਾਂ ਸੁਣ ਕੇ ਜੱਜਮੈਂਟ ਕਰਾਂ ਕਿ ਮੈਂ ਜੋ ਕਿਹਾ ਵਾਕਿਆ ਹੀ ਠੀਕ ਨਿਕਲਿਆ ਹੈ। ਨੈ ਦੇਖ ਮੈਂ ਇਹ ਪ੍ਰਤਾਪੂ, ਪੂਰਬ ਸੂਰਤ ਪੰਡਤ ਆਪੂ। ਪੰਡਤ ਬਸੂਰਤ ਪਛਤਾਉਂਦਾ ਜਾ ਰਿਹਾ ਵੀ ਉਮਰ ਵੱਡੀ ਹੋ ਗਈ ਹੈ, ਪਤਾ ਨਹੀਂ ਕਿੱਦਾਂ ਸੱਦਾ ਆ ਜੇ, ਕੀ ਮੈਂ ਇਹਦਾ ਪ੍ਰਤਾਪ ਦੇਖ ਸਕਾਂਗਾ। ਤੋ ਲਗ ਮੈਂ ਜੀਵੋ ਜਗ ਮਾਹੀ, ਪੂਰਨ ਭਾਗ ਹੈ ਕਿ ਮਮ ਨਾਹੀ। ਪਤਾ ਨਹੀਂ ਮੇਰੇ ਵੱਡੇ ਭਾਗ ਹੈ ਕਿ ਨਹੀਂ, ਕਿੰਨਾ ਕੁ ਉਮਰ ਬਾਕੀ ਆ ਮੇਰੀ। ਸਿਸਤਾ ਤਜ ਆਵੇ ਤੁਰ ਨਾਹੀ, ਉਦਰੇ ਨਰ ਬਹੁ ਸੰਗਤ ਪਾਹੀ। ਜਦੋਂ ਇਹ ਬਚਪਨ ਚੋਂ ਨਿਕਲ ਕੇ ਜਵਾਨੀ ਵਿੱਚ ਆਵੇਗਾ, ਇਹ ਜੀਵਾਂ ਨੂੰ ਤਾਰੇਗਾ, ਮਨੁੱਖਾਂ ਨੂੰ ਤਾਰੇਗਾ। ਬਿਨੇ ਕਰੋ ਮੈਂ ਕਰੇ ਉਦਾਰਾ, ਪਾਬੰਧਨ ਤੇ ਹੋਏ ਛੁਟਕਾਰਾ। ਇਹ ਪਰਮਾਤਮਾ ਮੈਨੂੰ ਇੰਨਾ ਕੁ ਸਮਾਂ ਦੇ ਦੇ ਕਿ ਮੈਂ ਵੀ ਇਹਦੇ ਰਾਹੀਂ ਤਰ ਜਾਵਾਂ, ਮੈਂ ਇਹਦੀਆਂ ਵਿਚਾਰਾਂ ਸੁਣ ਲਵਾਂ। ਜਦੋਂ ਵੱਡਾ ਹੋਵੇ ਕਿ ਵਾਕਿਆ ਮੇਰੇ ਗ੍ਰੰਥਾਂ ਵਿੱਚ ਲਿਖੀਆਂ ਗੱਲਾਂ ਉਹ ਸਹੀ ਨਿਕਲਣਗੀਆਂ। ਦੋਹਰਾ ਅੰਤਰ ਜਾਮੀ ਜਾ ਨਹੀਂ, ਮਮ ਉਰ ਕੀਜੇ ਬਾਲ। ਔਰ ਨਾਲੇ ਨਾਨਕ ਜੀ ਨੂੰ ਬੇਨਤੀਆਂ ਕਰਦਾ ਵੀ ਤੂੰ ਭਾਵੇਂ ਬੱਚਾ ਹੀ ਆ,
ਪਰ ਜੇ ਤੂੰ ਅੰਤਰਜਾਮੀ ਪਰਮੇਸ਼ਰ ਦਾ ਸਰੂਪ ਹੈ, ਮੇਰੇ ਹਿਰਦੇ ਦੀ ਜਾਣਦਾ ਹੈ। लीला कचक दिखाई मुझ देहो उपदेश दयाल। ਆਪਣੇ ਜੀਵਨ ਦੇ ਵਿੱਚੋਂ ਮੈਨੂੰ ਕੁਝ ਕੌਤਕ ਲੀਲਾ ਦਿਖਾ ਕੇ ਮੈਨੂੰ ਵੀ ਉਪਦੇਸ਼ ਦੇ ਕੇ ਤਾਰਨਾ ਕਰਿਓ। हे ਨਾਨਕ, ਜੇ ਤੂੰ ਵਾਕਿਆ ਹੀ ਅਵਤਾਰੀ ਪੁਰਸ਼ ਹੈ। चौपाई सहत ज्ञान के बोले जब लो राखो ए शरीर ममता बलो। ਜਦੋਂ ਤੂੰ ਵੱਡਾ ਹੋ ਕੇ ਗਿਆਨ ਦੇ ਬਚਨ ਕਰੇਗਾ, ਮੈਨੂੰ ਉਹਨਾਂ ਕੁ ਚਿਰ ਜਿਉਂਦਾ ਰੱਖ ਲੈ। ਜੇ ਤੂੰ ਅੰਤਰਜਾਮੀ ਆਏ, ਜਾਂਦਾ ਜਾਂਦਾ ਬੇਨਤੀਆਂ ਕਰਦਾ ਜਾਂਦਾ। करत मनोरथ ज्ञान कीता जपत नाम अवरे अहिता। ਹਾਂ, ਇਹ ਮਨੋਰਥ ਮਨ ਵਿੱਚ ਧਾਰ ਕੇ ਅਰਦਾਸਾਂ ਕਰਦਾ ਪੰਡਤ ਘਰ ਚਲਿਆ ਜਾਂਦਾ ਹੈ। ਜਪਤ ਨਾਮ ਅਪਵਰਗੇ ਹੇਤਾ, ਔਰ ਮੁਕਤੀ ਦੇ ਵਾਸਤੇ ਉਹ ਨਾਮ ਜਪਦਾ ਹੈ, ਪਰ ਉਹ ਚਾਹੁੰਦਾ ਹੈ ਕਿ ਇਹ ਨਾਨਕ ਵੱਡਾ ਹੋਵੇ ਤੇ ਮੈਨੂੰ ਪਤਾ ਲੱਗੇ। तै पश्चाते बीत्यो काला सने सने तन होत विशाला। ਔਰ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ। जे विदेर दे ज्ञान मोखो नित प्रत बदत द्वैत अत दोको। ਜਿਵੇਂ ਸਾਡੇ ਅੰਦਰ ਗਿਆਨ ਵੱਧਦਾ ਹੈ, ਦਵੈਤ ਨੂੰ ਖਤਮ ਕਰਦਾ ਹੈ, ਇਸੇ ਤਰ੍ਹਾਂ ਹੀ ਹੁਣ ਨਾਨਕ ਜੀ ਉਮਰ ਕਰਕੇ ਵੱਡੇ ਹੋਣੇ ਸ਼ੁਰੂ ਹੋਏ ਦੋਹਰਾ। पलना पर पौड़ावई कैलल नाले अंक। ਹੁਣ ਬਾਬਾ ਨਾਨਕ ਜੀ ਵੱਡੇ ਹੋ ਗਏ, ਲਗਭਗ 6 ਮਹੀਨਿਆਂ ਦੇ। ਹੌਲੀ ਹੌਲੀ ਕਥਾ ਲਿਖੀ ਹੈ ਨਾ ਸਾਰੀ ਭਾਈ ਸਾਹਿਬ ਜੀ ਨੇ। ਤਾਂ ਹੁਣ ਉਹਨਾਂ ਨੂੰ ਪੀਂਘੇ ਵਿੱਚ ਪਾਉਂਦੀ ਹੈ ਮਾਤਾ ਤ੍ਰਿਪਤਾ। लालत मात विशाल हित शुकत बदन में अंक। ਪਿਆਰ ਕਰਦੀ ਹੈ, ਮੱਥਾ ਚੁੰਮਦੀ ਹੈ। ਪੁੱਤਰ ਹੈ, ਅਕਸਰ ਮਾਤਾ ਦਾ ਇਹ ਪਿਆਰ ਹੈ। ਗਲੇ ਲਾਉਂਦੀ ਆ, ਛਾਤੀ ਨਾਲ ਲਾਉਂਦੀ ਆ, ਅਨੇਕਾਂ ਤਰ੍ਹਾਂ ਦੇ ਪੁੱਤਰ ਦੇ ਚਾਅ ਲਾਡ ਕਰਦੀ ਆ ਮਾਤਾ ਤ੍ਰਿਪਤਾ। ਕਿਵੇਂ ਨਾਨਕ ਜੀ ਵੱਡਾ ਹੋ ਕੇ ਦੁਨੀਆ ਨੂੰ ਤਾਰਦੇ ਆ, ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ, ਸਮਾਪਤੀ ਕਰੀਏ ਜੀ। हे अच्युत हे पार ब्रह्म अविनाशी अग्नास हे पूरन हे सर्व दुख मैं भंजन गुणतास। हे संगी हे निरंकार हे निर्गुण गुण सब सब टेक हे गोविंद हे गुण निदान जाके सदा विवेक। हे अपरंपर हर हरे ऐपी हो बनहार हे संत कै सदा संग दारा आधार। हे ठाकुर हों दास रो मैं निर्गुण गुण नहीं कोई नानक दीजै नाम दान राखो ये बरोए। आए प्रभ शरणागति कृपा नित दयाल एक अखर हर मन बसत नानक होत निहाल। एक अंकारा सतगुरु तेह प्रसाद सच हुए वाहिगुरु जी की फतेह विघ्न है विनाशन सोए। वाहिगुरु जी की फतेह विघ्न है विनाशन सोए। वाहिगुरु जी का खालसा वाहिगुरु जी की फतेह।